ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਕਬੀਰ ਜੋ ਤੋਹੇ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ। ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾ ਹੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨ ਪਾਇਆ ਕਿਨੈ ਤੂੰ। ਸੁਣ ਮਨ ਮੇਰਿਆ, ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ। ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ, ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਗੋਦ ਵਿੱਚ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ, ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਵੈਸਾਖੀ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਆਪਾਂ ਕਈ ਰੋਜ਼ ਤੋਂ ਲੈ ਕਰਕੇ ਆਪੋ ਆਪਣੇ ਮਨਾਂ ਦੇ ਵਿੱਚ ਸੇਵਾ ਦਾ, ਸਿਮਰਨ ਦਾ ਅਤੇ ਗੁਰੂ ਦੀਆਂ ਖੁਸ਼ੀਆਂ ਲੈਣ ਦਾ ਚਾਅ ਬਣਾ ਕੇ ਆਪਾਂ ਤਨ ਮਨ ਤੇ ਧਨ ਦਾ ਹੰਕਾਰ ਤਿਆਗ ਕੇ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਆਪੋ ਆਪਣੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਜੋ ਅੱਜ ਬਚਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਲਗਭਗ ਸਾਨੂੰ ਤਕਰੀਬਨ ਸਭ ਨੂੰ ਯਾਦ ਹੈ। ਪਰ ਹੈਰਾਨਗੀ ਦੀ ਗੱਲ ਹੈ ਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ, ਉਹਨਾਂ ਨੇ ਗੱਲ ਵੀ ਸ਼ੁਰੂ ਮਨ ਤੋਂ ਕੀਤੀ ਹੈ, ਚੰਚਲ ਮਨ ਤੋਂ, ਤੇ ਉਹਨਾਂ ਨੇ ਸਮਾਪਤੀ ਫਿਰ ਆ ਕੇ ਚੰਚਲ ਮਨ ਤੇ ਕੀਤੀ ਹੈ। ਪਾਤਸ਼ਾਹ ਕਹਿੰਦੇ ਏ ਮਨ ਚੰਚਲਾ
ਚਤਰਾਈ ਕਿਨੈ ਨਾ ਪਾਇਆ। ਇਹਦਾ ਮਤਲਬ ਚਤਰਾਈਆਂ ਤਨ ਨਹੀਂ ਕਰਦਾ, ਚਤਰਾਈਆਂ ਮਨ ਕਰਦਾ ਹੈ। ਇਹਦਾ ਮਤਲਬ ਜੋ ਮਨ ਕਰਦਾ ਹੈ ਤੇ ਉਹ ਮਨ ਕੁਝ ਕੁ ਹੱਥਾਂ ਨੂੰ ਦੇ ਦਿੰਦਾ ਹੈ, ਕੁਝ ਕੁ ਅੱਖਾਂ ਨੂੰ ਦੇ ਦਿੰਦਾ ਹੈ, ਕੁਝ ਕੁ ਕੰਨਾਂ ਨੂੰ ਦੇ ਦਿੰਦਾ ਹੈ ਤੇ ਕੁਝ ਕੁ ਪੈਰਾਂ ਨੂੰ ਦੇ ਦਿੰਦਾ ਹੈ, ਜਿਸ ਪਾਸੇ ਉਹਨੇ ਜਾਣਾ ਹੁੰਦਾ ਹੈ। ਤੋ ਸਤਿਗੁਰਾਂ ਦੇ ਇਸ ਪਾਵਨ ਬਚਨ ਨੂੰ ਤੇ ਆਪਾਂ ਨਾਲੋਂ ਨਾਲ ਵਾਚਾਂਗੇ, ਪਰ ਉਸ ਤੋਂ ਪਹਿਲੋਂ ਆਪਾਂ ਬੇਨਤੀ ਕਰੀਏ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਕਬੀਰ ਜੋ ਤੋਹੇ ਸਾਧ। ਇੱਥੇ ਸਾਧ ਦੇ ਅਰਥ ਕੋਈ ਵਿਅਕਤੀ ਨਹੀਂ, ਇੱਥੇ ਸਾਧ ਦੇ ਅਰਥ ਨੇ ਸਦਰ। ਸਦਰ ਦੇ ਅਰਥ ਹੁੰਦੇ ਨੇ ਤਾਂਗ, ਇੱਛਾ। ਆਮ ਆਪਾਂ ਇਹ ਭਾਸ਼ਾ ਬੋਲਦੇ ਆ ਬਈ ਫਲਾਣੇ ਨੂੰ ਤੇ ਮਿਲਣ ਦੀ ਮੇਰੀ ਬਹੁਤ ਚਿਰ ਦੀ ਸਦਰ ਸੀ। ਸਾਡੀ ਠੇਠ ਪੰਜਾਬੀ ਜਿਹਨੂੰ ਬੋਲਣ ਤੋਂ ਸਾਨੂੰ ਹੁਣ ਸ਼ਰਮ ਬੜੀ ਆਉਂਦੀ, ਬਹੁਤ ਜ਼ਿਆਦਾ ਆਉਂਦੀ ਹੈ ਬੋਲਣ ਲੱਗਿਆਂ। ਤੋ ਮੇਰੇ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਕਬੀਰ ਜੋ ਤੋਏ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ। ਜੇ ਤੈਨੂੰ ਬੰਦਿਆਂ ਰੱਬ ਨੂੰ ਮਿਲਣ ਦੀ ਸਦਰ, ਜੋ ਤੋਏ ਸਾਧ ਪਿਰਮ ਕੀ। ਪਿਰਮ ਦੇ ਅਰਥ ਨੇ ਪ੍ਰੇਮ ਤੇ ਸਾਧ ਦੇ ਅਰਥ ਨੇ ਸਦਰ। ਵੀ ਜੇ ਤੈਨੂੰ ਬੰਦਿਆਂ ਪਰਮਾਤਮਾ ਨੂੰ ਮਿਲਣ ਦੀ ਜਾਂ ਉਹਦੀ ਪ੍ਰੇਮ ਰੂਪ ਖੇਡ ਖੇਡਣ ਦੀ ਤੇਰੇ ਜੇ ਅੰਦਰ ਕੋਈ ਤਾਂਘ ਹੈ, ਜੇ ਕੋਈ ਇੱਛਾ ਹੈ, ਤੇ ਮੈਂ ਹਮੇਸ਼ਾ ਪਹਿਲਾਂ ਵੀ ਬੇਨਤੀ ਕਰਦਾ ਵੀ ਜਿੰਨਾ ਟਕਵੰਜ ਕਰਕੇ ਦੁਨੀਆ ਨੂੰ ਲੁੱਟਿਆ ਜਾ ਸਕਦਾ ਹੈ ਝੂਠ ਬੋਲ ਕੇ, ਓਨੀ ਨਿਰੋਲ ਗੁਰਬਾਣੀ ਦੀ ਵਿਆਖਿਆ ਕਰਕੇ ਤੁਸੀਂ ਪੈਸਾ ਨਹੀਂ ਕਮਾ ਸਕਦੇ, ਧਨ ਨਹੀਂ ਕਮਾ ਸਕਦੇ। ਜਦੋਂ ਕੋਈ ਬੰਦਾ ਗੁਰਬਾਣੀ ਦੀ ਗੱਲ ਕਰੇਗਾ, ਤੁਹਾਡਾ ਆਪਣੇ ਵੀ ਵਿਰੋਧ ਕਰਨਗੇ ਤੇ ਬਗਾਨੇ ਵੀ ਕਰਨਗੇ। ਆਪਣੇ ਤੇ ਬਗਾਨਿਆਂ ਦੇ ਵਿਰੋਧ ਕਰਨ ਦਾ ਕਾਰਨ ਹੈ ਕਿ ਉਹਨਾਂ ਲੋਕਾਂ ਦੇ ਸੁਰਤ ਦੇ ਉੱਪਰ ਅਗਿਆਨਤਾ ਦਾ ਪਰਦਾ ਪਿਆ ਹੋਇਆ ਹੈ ਤੇ ਉਹ ਲੋਕ ਸੱਚ ਨੂੰ ਸਮਝਣ ਤੇ ਸੁਣਨ ਦੀ ਉਹਨਾਂ ਦੇ ਅੰਦਰ ਉਹ ਸ਼ਕਤੀ ਤੇ ਮਾਦਾ ਨਹੀਂ ਹੈ, ਉਹ ਮਾਦਾ ਨਹੀਂ। ਤੇ ਬੇਨਤੀ ਕਰ ਰਹੇ ਸਾਂ, ਭਗਤ ਜੀ ਕਹਿੰਦੇ, ਕਬੀਰ ਜੋ ਤੋਏ ਸਾਧ ਪਿਰਮ ਕੀ। ਬੰਦਿਆ ਜੇ ਤੈਨੂੰ ਪਰਮਾਤਮਾ ਨੂੰ ਮਿਲਣ ਦੀ ਸਦਰ ਤਾਂਗ ਇੱਛਾ ਹੈ, ਉਸ ਮਾਲਕ ਦੀ ਪ੍ਰੇਮ ਰੂਪ ਖੇਡ ਖੇਡਣ ਦੀ, ਤਾਂ ਫਿਰ ਆਹ ਕੰਮ ਤੇ ਤੈਨੂੰ ਕਰਨਾ ਹੀ ਪਏਗਾ। ਖਾਲਸਾ ਲਫ਼ਜ਼ ਹੈ ਜਿਹੜਾ, ਇਹਨੂੰ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਹੀ ਨਹੀਂ ਵਰਤਿਆ। ਇਹ ਤੇ ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਨ ਜਾਨੀ। ਖਾਲਸਾ ਉਹ ਹੈ ਜਿਹਦੇ ਅੰਦਰ ਪ੍ਰੇਮ ਹੋਵੇ, ਤੇ ਖਾਲਸਾ ਉਹ ਨਹੀਂ। ਹੁਣ ਅੱਜ ਬੜਿਆਂ ਨੇ ਅੰਮ੍ਰਿਤ ਦੀ ਦਾਤ ਲਈ ਹੈ, ਮੁਬਾਰਕ ਉਹਨਾਂ ਪ੍ਰਾਣੀਆਂ ਦੇ ਜਿਹੜੇ ਅੱਜ ਗੁਰੂ ਵਾਲੇ ਬਣੇ ਨੇ, ਜਿਨ੍ਹਾਂ ਨੇ ਗੁਰੂ ਨੂੰ ਤਨ ਵੀ ਭੇਟ ਕੀਤਾ ਤੇ ਮਨ ਵੀ ਭੇਟ ਕੀਤਾ ਹੈ। ਜਿੰਨਾ ਰਸ ਜਿੰਨਾ ਆਨੰਦ ਅੰਮ੍ਰਿਤ ਛਕਣ ਤੋਂ ਬਾਅਦ ਆਉਂਦਾ ਹੈ, ਉਹ ਆਨੰਦ ਫਿਰ ਹੌਲੀ ਹੌਲੀ ਈਰਖਾ ਦੇ ਵਿੱਚ ਪਤਾ ਕਿਉਂ ਬਦਲ ਜਾਂਦਾ ਹੈ? ਕਿਉਂਕਿ ਅਸੀਂ ਗੁਰੂ ਦੀ ਪ੍ਰੇਮ ਤੇ ਤਾਂਘ ਤੋਂ ਵਿਛੜ ਚੁੱਕੇ ਹੁੰਦੇ ਹਾਂ। ਬੇਨਤੀ ਕਰ ਰਹੇ ਸਾਂ ਕਿ ਭਗਤ ਜੀ ਕਹਿੰਦੇ, ਕਬੀਰ ਜੋ ਤੋਏ ਸਾਧ ਪਿਰਮ ਕੀ। ਕੇਵਲ ਗੱਲ ਖਾਲਸਾ ਲਫ਼ਜ਼ ਹੈ ਜਿਹੜਾ, ਇਹ ਕੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੀ ਨਹੀਂ, ਇਹ ਭਗਤ ਕਬੀਰ ਸਾਹਿਬ ਜੀ ਦੇ ਵੀ ਸਮੇਂ ਸੀ ਤੇ ਭਗਤ ਕਬੀਰ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਹੋ ਚੁੱਕੇ ਨੇ। ਇਹਦਾ ਮਤਲਬ ਕਿ ਖਾਲਸਾ ਲਫ਼ਜ਼ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਹਿਲਾਂ ਦਾ ਗੁਰਬਾਣੀ ਵਿੱਚ ਆ ਚੁੱਕਿਆ ਹੈ। ਉਹ ਸਾਰੀ ਬਾਣੀ ਉਹ ਇੱਕ ਵੱਖਰਾ ਸਬਜੈਕਟ ਹੈ ਵੀ ਕਿੱਦਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਕੱਤਰ ਕੀਤੀ, ਸੰਗ੍ਰਹਿ ਕੀਤੀ। ਹਮੇਸ਼ਾ ਅਰਜ ਕਰਦਾ ਕਿ ਸਿੱਖੋ, ਜਦੋਂ ਤੁਹਾਡੇ ਘਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਜਾਣ,
ਉਦੋਂ ਸਮਝੋ ਤੁਹਾਡੇ ਘਰੇ 15 ਭਗਤ 15 ਮਹਾਂਪੁਰਖ ਆ ਗਏ। ਜਦੋਂ ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਆ ਜਾਣ ਤੇ ਤੁਹਾਡੇ ਘਰ 10 ਪਾਤਸ਼ਾਹੀਆਂ ਹੀ ਆ ਗਈਆਂ ਤੇ ਇੰਨਾ ਕੁਝ ਘਰ ਦੇ ਵਿੱਚ ਆ ਗਿਆ, ਬਖਸ਼ਿਸ਼ਾਂ ਦੇ ਮਾਲਕ, ਸਿਫਤ ਸਲਾਹ ਦੇ ਮਾਲਕ, ਤੇ ਫਿਰ ਵੀ ਬੰਦੇ ਦੀ ਭੜਕਣਾ ਨਾ ਮੁੱਕੇ, ਫਿਰ ਕਹਿਣਾ ਪਏਗਾ ਵੀ ਇਹ ਬਦਕਿਸਮਤੀ ਹੈ, ਕੌਮ ਦੀ ਨਹੀਂ, ਕੌਮ ਦੇ ਵਿੱਚ ਕੁਝ ਬੰਦਿਆਂ ਦੀ ਜਿਨ੍ਹਾਂ ਵਿੱਚ ਮੈਂ ਵੀ ਹੋ ਸਕਦਾ। ਕਿਉਂਕਿ ਆਪਾਂ ਜਿਹੜੀ ਵਿਚਾਰ ਕਰ ਰਹੇ ਹਾਂ, ਤੁਸੀਂ ਸਾਰੇ ਸੰਗਤ ਰੂਪ ਹੋ, ਤੁਹਾਡੇ ਵਿੱਚ ਗੁਰੂ ਬੈਠੇ, ਗੇਟੋਂ ਬਾਹਰ ਹੋ ਕੇ ਇੱਕ ਦੂਜੇ ਨਾਲ ਤਕਰਾਰ ਥੋੜਾ ਬਹੁਤਾ ਉਹ ਵੱਖਰੀ ਗੱਲ ਹੈ, ਸੰਸਾਰ ਹੈ, ਇਹ ਚੱਲਦਾ ਹੀ ਰਹਿਣਾ ਹੈ, ਇਹ ਨਹੀਂ ਕੋਈ ਮਿਟਣਾ। ਮਤਾ ਕੋਈ ਬੰਦਾ ਕਵੇ ਕਿ ਮੇਰੇ ਤੇ ਸਾਰੇ ਖੁਸ਼ ਹੋ ਜਾਣ ਜਾਂ ਮੈਂ ਤੁਹਾਡੇ ਸਾਰਿਆਂ ਤੇ ਖੁਸ਼ ਹੋ ਜਾ। ਇਹ ਤੇ ਜੇ ਗੁਰੂਆਂ ਦਾ ਇਤਿਹਾਸ ਪੜ੍ਹੀਏ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਹੀ ਉਹਨਾਂ ਦਾ ਵੱਡਾ ਭਰਾ ਪ੍ਰਿਥੀ ਚੰਦ ਅਤ ਦਰਜੇ ਦਾ ਵਿਰੋਧੀ ਤੇ ਈਰਖਾਲੂ ਹੈ। ਪ੍ਰਿਥੀ ਚੰਦ ਦੇ ਘਰੋਂ ਜਿਹੜੀ ਕਰਮੋਂ ਹੈ, ਰਿਸ਼ਤੇਦਾਰੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਭਰਜਾਈ ਲੱਗਦੀ ਹੈ। ਕਿੰਨੇ ਨਿਕਟ ਵਰਤੀ ਇਹ ਰਿਸ਼ਤੇ ਹੁੰਦੇ ਨੇ। ਉਹਨਾਂ ਨੇ ਜ਼ਿੰਦਗੀ ਦੇ ਅੰਤਮ ਸਮੇਂ ਤੱਕ ਗੁਰੂ ਕੋਲ ਰਹਿੰਦਿਆਂ ਵੀ ਉਹਨਾਂ ਈਰਖਾ ਨਹੀਂ ਛੱਡੀ। ਗੁਰੂਆਂ ਦੇ ਪੁੱਤਰ ਤੇ ਗੁਰੂ ਦੇ ਰਿਸ਼ਤੇਦਾਰ ਇੱਕ ਖੂਨ ਹੋਣ ਦੇ ਬਾਵਜੂਦ ਵੀ ਉਹ ਇਸ ਚੀਜ਼ ਤੋਂ ਬਚ ਨਾ ਸਕੇ। ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਨੇ, ਮੈਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਹੋਇਆ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ 3 ਪੁੱਤਰ ਨੇ, ਪ੍ਰਿਥੀ ਚੰਦ, ਮਹਾਦੇਵ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਮਹਾਰਾਜ ਜੀ, ਅਕਸਰ ਇਹ ਤਿੰਨੇ ਪੁੱਤਰ ਇੱਕੋ ਪਿਓ ਦੀ ਗੋਦ ਵਿੱਚ ਹੀ ਖੇਡੇ ਹੋਣਗੇ। ਤਿੰਨਾਂ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਪਿਆਰ ਵੀ ਇੱਕੋ ਜਿਹਾ ਕਰਦੇ ਹੋਣਗੇ, ਉਂਗਲੀ ਪਕੜ ਕੇ ਇੱਧਰ ਉੱਧਰ ਲੈ ਕੇ ਵੀ ਜਾਂਦੇ ਹੋਣਗੇ। ਨਿਆਣੇ ਕਿਵੇਂ ਜਦੋਂ ਪਿਓ ਬੈਠਾ ਹੁੰਦਾ ਤੇ ਪਿੱਛੋਂ ਮੋਢਿਆਂ ਤੋਂ ਆ ਕੇ ਨਾਲ ਲਟਕ ਜਾਂਦੇ ਨੇ, ਐਦਾਂ ਵੀ ਕੀਤਾ ਹੋਵੇਗਾ ਸਭ ਨੇ। ਪਰ ਸਿੱਖਿਆ ਇਹ ਮਿਲਦੀ ਹੈ ਕਿ ਗੁਰੂ ਦੀ ਬਖਸ਼ਿਸ਼ ਕੇਵਲ ਤੇ ਕੇਵਲ ਖੂਨ ਦੇ ਰਿਸ਼ਤੇ ਜਾਂ ਗੋਦ ਖੇਡਣ ਕਰਕੇ ਨਹੀਂ ਮਿਲਦੀ। ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਕੋਈ ਗੁਰੂ ਦੀ ਮੰਨਦਾ ਹੈ, ਜਦੋਂ ਕੋਈ ਗੁਰੂ ਦੀ ਗੱਲ ਮੰਨਦਾ ਹੈ। ਹੁਣ ਤਿੰਨਾਂ ਦੇ ਵਿੱਚੋਂ 2 ਨੇ ਨਹੀਂ ਮੰਨੀ, ਉਹ ਗੁਰੂ ਨਹੀਂ ਬਣ ਸਕੇ, ਪਰ ਤੀਜਾ ਸਭ ਤੋਂ ਛੋਟਾ ਹੈ। ਤੇ ਆਪਾਂ ਇੱਕ ਇੰਜ ਕਹਿ ਲਓ ਰਿਸ਼ਤੇ ਨਾਤਿਆਂ ਵਿੱਚ ਵੇਖੀਏ ਤੇ ਆਪਾਂ ਵੱਡੇ ਨੂੰ ਪਹਿਲ ਦਿੰਦੇ ਹਾਂ ਵੀ ਇਹ ਵੱਡਾ ਹੈ, ਇਹਨੂੰ ਜ਼ਮੀਨ ਦਈਏ, ਇਹ ਵੱਡਾ, ਇਹਦੀ ਗੱਲ ਮੰਨੀਏ। ਪਰ ਗੁਰਮਤ ਨਹੀਂ ਇਸ ਗੱਲ ਨੂੰ ਮੰਨਦੀ। ਗੁਰਮਤ ਉਮਰ ਨੂੰ ਨਹੀਂ ਮੰਨਦੀ। ਗੁਰਮਤ ਮੰਨਦੀ ਹੈ ਵੀ ਹੁਕਮ ਕਿਹਨੇ ਮੰਨਿਆ ਹੈ। ਪਰ ਬਖਸ਼ਿਸ਼ ਕਿਹਦੇ ਤੇ ਹੋਈ? ਅਰਜੁਨ ਦੇਵ ਤੇ ਪਦਵੀ ਕਿਹੜੀ ਮਿਲੀ? ਧੰਨ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਦੀਆਂ ਕਹਾਣੀਆਂ, ਗੁਰੂ ਦੀਆਂ ਵਡਿਆਈਆਂ, ਕਥਾਵਾਂ ਕਰਨ ਦੇ ਨਾਲ, ਸੁਣਨ ਦੇ ਨਾਲ ਇਹ ਸੱਚ ਹੈ ਕਿ ਬੰਦੇ ਦਾ ਮਨ ਇੱਕ ਦਫਾ ਤੇ ਜ਼ਰੂਰ ਸ਼ਾਂਤ ਹੁੰਦਾ, ਪਿਘਲਦਾ ਜ਼ਰੂਰ ਹੈ। ਉਹ ਗੱਲ ਵੱਖਰੀ ਹੈ ਵੀ ਜਦੋਂ ਬੰਦਾ ਸੰਗਤ ਤੋਂ ਬਾਹਰ ਜਾਂਦਾ ਤਾਂ ਉਹ ਮਨ ਫੇਰ ਦੁਨੀਆ ਦੇ ਵਿੱਚ ਉੱਥੇ ਹੀ ਆ ਜਾਂਦਾ ਜਿੱਥੋਂ ਇਹ ਦੁਬਾਰੇ ਚੱਲਿਆ ਸੀ। ਤੇ ਬੇਨਤੀ ਕਰ ਰਹੇ ਸਾਂ ਕਿ ਖਾਲਸਾ ਲਫ਼ਜ਼ ਬੜਾ ਪਹਿਲਾ ਸਮਾਂ ਆ ਚੁੱਕਿਆ ਹੈ ਤੇ ਗੱਲ ਭਗਤ ਕਬੀਰ ਸਾਹਿਬ ਜੀ ਨੇ ਵੀ ਪ੍ਰੇਮ ਦੀ ਕੀਤੀ ਤੇ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਵੀ ਕਰਦੇ ਨੇ। ਗੁਰੂ ਨਾਨਕ ਦੇ ਮਹਾਰਾਜ ਜੀ ਦਾ ਬਚਨ ਹੈ, ਜੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇੱਥੇ ਜਾਣੇ ਅਣਜਾਣੇ ਪਾਠ ਕਈ ਸੱਜਣ ਮੋਰੀ ਕਰ ਜਾਂਦੇ ਨੇ, ਬਿਲਕੁਲ ਨਹੀਂ, ਪਾਠ ਹੈ ਮੇਰੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ, ਜੇ ਤੂੰ ਮੇਰੇ ਇਸ ਮਾਰਗ ਤੇ ਇਸ ਪੰਥ ਦੇ ਉੱਪਰ ਆਪਣੀ ਸੁਰਤ ਨੂੰ ਚਲਾਉਣਾ ਚਾਹੁੰਦਾ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਣ ਨਾ ਕੀਜੈ। ਭਾਵ ਆਪਣੀ ਹਉਮੈ ਹੰਕਾਰ ਨੇ ਜਿਹੜਾ ਇਹ ਖਤਮ ਕਰਦੀ ਤੇ ਦੁਨੀਆ ਦੀ ਪਰਵਾਹ ਨਾ ਕਰੀ, ਫਿਰ ਤੂੰ ਇਸ ਮਾਰਗ ਤੇ ਚੱਲ ਸਕਦਾ ਹੈ, ਨਹੀਂ ਤੂੰ ਬਿਲਕੁਲ ਨਹੀਂ ਚੱਲ ਸਕਦਾ। ਗੁਰੂ ਦੇ ਮਾਰਗ ਤੇ ਤਾਂ ਲੋਕ ਲਾਜ ਕਰਕੇ ਕੀ ਚੱਲਣਾ ਹੈ। ਇਹ ਤੇ ਆਮ ਜੇ ਲੰਗਰ ਵਿੱਚ ਪ੍ਰਸ਼ਾਦਾ ਵੀ ਛਕਦੇ ਹੋਈਏ ਨਾ, ਤੇ ਕਈ ਦਫਾ ਵਿਚਾਰੇ ਕਈ ਸੱਜਣ
ਸ਼ਰਮੋ ਸ਼ਰਮੀ ਵਿਚਾਰੇ ਖਾਂਦੇ ਵੀ ਨਹੀਂ, ਅੱਧੇ ਕੁ ਭੁੱਖੇ ਹੀ ਚਲੇ ਜਾਂਦੇ ਨੇ। ਲੋਕ ਲਾਜ ਚੀਜ਼ ਹੀ ਐਦਾਂ ਦੀ ਹੁੰਦੀ ਹੈ, ਹਰ ਬੰਦੇ ਦੀ ਨਜ਼ਰ ਹੁੰਦੀ ਹੈ ਉਹ ਨਾ ਮੇਰੇ ਵੱਲ ਵੇਂਦਾ ਹੋਵੇ, ਤੇ ਉਹ ਦੂਜਾ ਸੋਚਦਾ ਉਹ ਨਾ ਮੇਰੇ ਵੱਲ ਵੇਂਦਾ ਹੋਵੇ। ਐਦਾਂ ਲੋਕ ਲਾਜ ਤਾਂ ਬੰਦੇ ਨੂੰ ਆਪਣਾ ਦੁਨਿਆਵੀ ਜਿਹੜਾ ਕੰਮ ਧੰਦਾ ਨਾ ਉਹ ਨਹੀਂ ਕਰਨ ਦਿੰਦੀ, ਤੇ ਫਿਰ ਅਧਿਆਤਮਕ ਰਸਤਾ ਤਾਂ ਬੜੀਆਂ ਦੂਰ ਦੀਆਂ ਗੱਲਾਂ ਨੇ। ਖੈਰ ਬੇਨਤੀ ਕਰਾਂ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਉ, ਤੇ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜੋ ਤੋਏ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ। ਗੋਏ ਦੇ ਅਰਥ ਨੇ ਗੇਂਦ, ਤੇ ਇੱਥੇ ਗੇਂਦ ਕਿਹਨੂੰ ਆਖਿਆ? ਇੱਥੇ ਗੇਂਦ ਆਖਿਆ ਈਗੋ ਨੂੰ, ਹੰਕਾਰ ਨੂੰ, ਹਉਮੈ ਨੂੰ। ਤੋ ਭਗਤ ਜੀ ਕਹਿੰਦੇ ਵੀ ਜੇ ਤਾਂ ਤੈਨੂੰ ਹੈ ਰੱਬ ਨੂੰ ਮਿਲਣ ਦੀ ਇੱਛਾ ਤਾਂਗ, ਫਿਰ ਬੰਦਿਆ ਇਉਂ ਕਰ, ਆਪਣੇ ਹੰਕਾਰ ਨੂੰ, ਆਪਣੇ ਮਨ ਨੂੰ ਇੱਕ ਬੌਲ, ਇੱਕ ਗੇਂਦ ਵਰਗਾ ਬਣਾ ਲਾ। ਜਿਵੇਂ ਗੇਂਦ ਨੂੰ ਜਿੰਨੇ ਮਰਜ਼ੀ ਠੁੱਡੇ ਪੈਣ, ਉਹ ਇਹ ਨਹੀਂ ਪਰਵਾਹ ਕਰਦੀ ਵੀ ਕਿਹਨੇ ਮਾਰਿਆ ਤੇ ਕਿਹਨੇ ਨਹੀਂ ਮਾਰਿਆ। ਆਪਣਿਆਂ ਮਾਰਿਆ, ਵਿਰੋਧੀ ਟੀਮ ਨੇ ਠੁੱਡਾ ਮਾਰਿਆ, ਪਰ ਠੁੱਡੇ ਖਾ ਖਾ ਕੇ ਇੱਕ ਟੀਮ ਨੂੰ ਉਹ ਜਿਤਾ ਦਿੰਦੀ ਹੈ। ਉਦਾਹਰਨ ਲਈ ਉਹਨਾਂ ਨੇ ਇੱਕ ਬੌਲ ਦੀ, ਤੇ ਭਗਤ ਜੀ ਕਹਿੰਦੇ ਕਬੀਰ ਜੋ ਤੋਏ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ। ਖੇਲਤ ਖੇਲਤ ਹਾਲ ਕਰ, ਦੁਨੀਆ ਦੇ ਵਿੱਚ ਵਿਚਰਦਿਆਂ, ਪ੍ਰੇਮ ਰੂਪ ਖੇਡ ਖੇਡਦਿਆਂ, ਭਾਵੇਂ ਤੇਰੀ ਹਾਲਤ ਜਿੱਦਾਂ ਦੀ ਮਰਜ਼ੀ ਹੋ ਜੇ, ਜੋ ਮਰਜ਼ੀ ਲੋਕ ਕਹਿਣ, ਪਰ ਕਹਿੰਦੇ ਗੁਰੂ ਦੀ ਬਖਸ਼ਿਸ਼ ਤੂੰ ਤਾਂ ਹੀ ਲੈ ਸਕਦਾ ਹੈ ਜੇ ਕਹਿੰਦੇ ਆਪਣੇ ਹੰਕਾਰ ਨੂੰ ਇੱਕ ਗੇਂਦ ਵਰਗਾ ਬਣਾ ਲੈ। ਭਾਵ ਐਦਾਂ ਦਾ ਕਰ ਲਾ ਵੀ ਜੇ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ, ਫਿਰ ਦੁਨੀਆ ਦੀ ਨਾ ਪਰਵਾਹ ਕਰੀ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਵੱਲ ਵੀ ਮੈਂ ਝਾਤ ਮਾਰਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇੱਕ ਬੜੀ ਮਹੱਤਵਪੂਰਨ ਵਿਚਾਰ ਅੱਜ ਮੈਂ ਪੜ੍ਹ ਰਿਹਾ ਸਾਂ। ਪ੍ਰਿੰਸੀਪਲ ਸਤਬੀਰ ਸਿੰਘ, ਉਹਨਾਂ ਦੀ ਬੁੱਕ ਹੈ ਹਜ਼ੂਰੀ ਲੈਕਚਰ। ਉਹਨਾਂ ਬੜੀ ਵਧੀਆ ਇੱਕ ਸਮਝਾਉਣ ਦੀ ਗਾਥਾ ਉਹਨਾਂ ਪੜ੍ਹੀ ਹੋਵੇਗੀ ਤੇ ਉਹਨਾਂ ਨੇ ਲਿਖੀ। ਉਹ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦਰਬਾਰ ਦੇ ਵਿੱਚ ਆਏ ਤੇ ਉਹਨਾਂ ਨੇ ਆਉਂਦਿਆਂ ਹੀ ਇੱਕ ਬੁਝਾਰਤ ਪਾ ਦਿੱਤੀ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਦੇ ਹੋ, ਤੇ ਜਦੋਂ 9ਵੇਂ ਮਹੱਲੇ ਦੇ ਸ਼ਲੋਕਾਂ ਤੋਂ ਬਾਅਦ ਅੱਗੇ ਪਾਠ ਕਿਹੜਾ ਚੱਲਦਾ ਭਲਾ? ਮੁੰਦਾਵਣੀ ਮਹੱਲਾ ਪੰਜਵਾ। ਮੁੰਦਾਵਣੀ ਦੇ ਅਰਥ ਹੁੰਦੇ ਨੇ ਬੁਝਾਰਤ, ਛੁਪੀਆਂ ਹੋਈਆਂ ਉਹ ਵਸਤੂਆਂ ਜਿਹਨੂੰ ਲੱਭਣ ਦੇ ਲਈ ਸਾਨੂੰ ਸੁਰਤ ਦੇ ਦੁਆਰਾ ਖੋਜ ਕਰਨੀ ਪਏਗੀ। ਤੇ ਸਤਿਗੁਰੂ ਆਏ, ਉਹਨਾਂ ਨੇ ਇੱਕ ਮੁੰਦਾਵਣੀ ਕਹਿ ਲੋ, ਬੁਝਾਰਤ ਕਹਿ ਲੋ ਪਾਈ। ਆਉਂਦੇ ਸਾਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਭਰੇ ਦਰਬਾਰ ਵਿੱਚ ਕਹਿੰਦੇ ਕੋਈ ਹੈ ਐਦਾਂ ਦਾ ਸਿੱਖ ਕਿ ਮੈਂ ਘੋੜੇ ਦੀ ਰਕਾਬ ਦੇ ਉੱਪਰ, ਜਿਹੜੀ ਰਕਾਬ ਪੈਰ ਰੱਖ ਕੇ ਕਾਠੀ ਦੇ ਉੱਪਰ ਚੜ੍ਹਦੇ ਹਾਂ, ਕਹਿੰਦੇ ਉਸ ਘੋੜੇ ਦੀ ਰਕਾਬ ਦੇ ਉੱਪਰ ਅਸੀਂ ਪੈਰ ਰੱਖੀਏ, ਚਰਨ ਕਹਿ ਲੋ ਸਤਕਾਰ ਵਜੋਂ, ਵੀ ਅਸੀਂ ਉਹ ਚਰਨ ਰੱਖੀਏ ਤੇ ਕਾਠੀ ਤੇ ਬਹਿੰਦਿਆਂ ਕੋਈ ਸਾਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਸੁਣਾ ਦੇ। ਬੜੀ ਅਜੀਬ ਗੱਲ ਸੀ, ਤੁਹਾਡੇ ਸੁਣਨ ਵਿੱਚ ਵੀ, ਮੈਨੂੰ ਸੁਣਾਉਣ ਵਿੱਚ ਵੀ ਬੜੀ ਅਜੀਬ ਲੱਗ ਰਹੀ ਹੈ। ਪਰ ਜਦੋਂ ਗੁਰੂ ਸਾਹਿਬ ਨੇ ਆ ਕੇ ਗੱਲ ਕਹੀ ਹੋਵੇਗੀ ਕਿ ਰਕਾਬ ਤੇ ਪੈਰ ਰੱਖਦਿਆਂ ਤੇ ਉਸ ਕਾਠੀ ਤੇ ਬਹਿੰਦਿਆਂ ਤੇ ਨਾਲ ਦੀ ਨਾਲ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਾ ਦੇਵੇ, ਸਾਰੀ ਸੰਗਤ ਦੇ ਵਿੱਚ ਸਨਾਟਾ ਛਾ ਗਿਆ। ਸਾਰੇ ਹੈਰਾਨ ਨੇ, ਇਹ ਭਲਾ ਕਿੱਦਾਂ ਹੋ ਸਕਦਾ ਹੈ? ਪਰ ਜੇ ਵੇਖਿਆ ਜਾਵੇ ਵੀ ਗੁਰੂ ਘਰ ਧਾਰਮਿਕ ਸਥਾਨ ਤੇ ਆਉਣ ਵਾਲੇ ਇਕੱਠ ਨੂੰ ਸੰਗਤ ਨਹੀਂ ਕਹਿੰਦੇ। ਇਕੱਠ ਨੂੰ ਦਰਅਸਲ ਸੰਗਤ ਉਹ ਹੈ ਜਿਹਦੀ ਸੁਰਤ ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰਦੀ ਹੈ, ਜਾਂ ਦੋ ਚੀਜ਼ਾਂ ਤੇ ਪਹਿਰਾ ਦਿੰਦੀ ਹੈ, ਸੇਵਾ ਤੇ ਸਿਮਰਨ। ਇਕੱਠ ਤਾਂ ਸਾਡੇ ਨਾਲੋਂ ਜ਼ਿਆਦੇ ਆ ਕਰੋਨਾ ਹਟ ਲੈਣ ਦਿਓ, ਫਿਰ ਵੇਖੋ ਲੋਕ ਕਿੱਦਾਂ ਬੀਚਾਂ ਤੇ ਦੇਖ ਲਿਓ ਜਗ੍ਹਾ ਨਹੀਂ ਲੱਭਣੀ, ਸਮੁੰਦਰਾਂ ਦੇ ਕੰਢਿਆਂ ਤੇ, ਮੌਲਾਂ ਦੇ ਵਿੱਚ, ਸਿਨੇਮੇ ਥੀਏਟਰਾਂ ਵਿੱਚ ਕਿਸੇ ਇਕੱਠ ਨੂੰ ਸੰਗਤ ਨਹੀਂ ਕਹਿੰਦੇ। ਸੰਗਤ ਕਹਿੰਦੇ ਨੇ ਜਿਹੜਾ ਗੁਰੂ ਦਾ ਸੰਗ ਕਰਦਾ। ਤੁਸੀਂ ਬੈਠੇ ਹੋ ਜਾਂ ਜਿੱਥੋਂ ਤੱਕ ਆਵਾਜ਼ ਪਹੁੰਚ ਰਹੀ ਹੈ, ਜਦੋਂ ਪਾਤਸ਼ਾਹ ਨੇ ਇਹ ਬਚਨ ਕੀਤਾ ਤੇ ਜਿੰਨੇ ਬੈਠੇ ਸੀ ਇੱਕ ਦਫਾ ਉਹ ਅਚੰਭਾ ਹੋ ਗਏ। ਪਰ ਸਾਰਿਆਂ ਦੇ ਵਿੱਚੋਂ ਇੱਕ ਐਸਾ ਸਿੱਖ ਬੈਠਾ ਸੀ,
ਘਾਹ ਖੋਤਣ ਵਾਲਾ। ਵੇਖਣ ਨੂੰ ਉਹਦੀ ਰੂਪ ਰੇਖਾ ਬੜਾ ਗਰੀਬੜਾ ਜਿਹਾ ਜਾਪਦਾ ਸੀ, ਪਰ ਅੰਦਰੋਂ ਇੰਜ ਕਹਿ ਲੋ ਗੁਰੂ ਦੇ ਪ੍ਰੇਮ ਦੇ ਨਾਲ ਭਿੱਜਿਆ ਸੀ ਤੇ ਗੁਰੂ ਤੇ ਨਾ ਸ਼ੱਕ ਕਰਨ ਵਾਲੀ ਉਹਦੀ ਬਿਰਤੀ ਸੀ। ਜਿਹੜੇ 5 ਉੱਠ ਕੇ ਕੱਲ ਨੂੰ ਕੋਸ਼ਿਸ਼ ਕਰਾਂਗੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਬੇਨਤੀ ਕਰਨ ਦੀ, ਜਿਹੜੇ 5 ਉੱਠ ਕੇ ਆਏ ਸਨ ਲਾਹੌਰ ਤੋਂ ਦਇਆ ਰਾਮ, ਦਿੱਲੀ ਦੇ ਲਾਗੇ ਹਸਤਨਾਪੁਰ ਤੋਂ ਧਰਮ ਚੰਦ, ਫਿਰ ਆਏਗਾ ਉੱਠ ਕੇ ਹਿੰਮਤ ਰਾਏ, ਫਿਰ ਆਏਗਾ ਮੋਹਕਮ ਚੰਦ, ਫਿਰ ਆਏਗਾ ਸਹਿਬ ਚੰਦ। 80,000 ਦਾ ਇਕੱਠ, ਪਰ 80 ਵਿੱਚੋਂ 5 ਹੀ ਕਿਉਂ ਆਉਣਗੇ? ਇਹਦਾ ਮਤਲਬ ਉਹ ਆਏ ਜਿਹੜੇ ਗੁਰੂ ਨੂੰ ਅੰਦਰੋਂ ਸਮਰਪਿਤ ਸਨ, ਜਿਹੜੇ ਅੰਦਰੋਂ ਗੁਰੂ ਨੂੰ ਭੇਟ ਹੋ ਚੁੱਕੇ ਸਨ। ਬੇਨਤੀ ਕਰਾਂ, ਬੜੀ ਸੰਗਤ ਬੈਠੀ ਸੀ, ਉਹਨਾਂ ਵਿੱਚੋਂ ਇੱਕ ਸਿੱਖ ਉੱਠਿਆ, ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਲੋਕਾਂ ਦੇ ਲਈ ਜਾਂ ਇਹਨਾਂ ਸਿੱਖਾਂ ਲਈ ਇਹ ਗੱਲ ਸੁਣਨ ਵਿੱਚ ਵਾਕਈ ਹੈ ਤਾਂ ਬੜੀ ਅਜੀਬੋ ਗਰੀਬ, ਵੀ ਇੰਨੇ ਸਮੇਂ ਵਿੱਚ ਭਲਾ ਇਹ ਕੰਮ ਕਾਰਜ ਕਿੱਦਾਂ ਹੋ ਸਕਦਾ ਹੈ? ਪਰ ਮੇਰੇ ਸਤਿਗੁਰੂ ਜੀ, ਤੁਸੀਂ ਜੇ ਚਾਹੋ ਤਾਂ ਫਿਰ ਕੀ ਨਹੀਂ ਹੋ ਸਕਦਾ? ਜੇ ਗੁਰੂ ਚਾਹਵੇ ਤਾਂ ਕੀ ਨਹੀਂ ਹੋ ਸਕਦਾ? ਜਦੋਂ ਦੁਨੀਆ ਇਹ ਕੰਮ ਕਰਦੀ ਹੈ, ਜਦੋਂ ਕੋਈ ਕੁਝ ਬਣਾ ਕੇ ਸਾਡੇ ਸਾਹਮਣੇ ਤਸਵੀਰ ਮੁਸੱਵਰ ਰੱਖ ਦਿੰਦਾ ਹੈ, ਆਪਾਂ ਕਹਿੰਦੇ ਆ ਵਾਹ ਕਮਾਲ ਦੀ ਗੱਲ ਹੈ। ਪਰ ਇਹ ਧਰਤੀ ਮਿੱਟੀ ਦੇ ਵਿੱਚੋਂ ਜੋ ਕੁਝ ਆਪਾਂ ਖਾ ਰਹੇ ਹਾਂ, ਸਭ ਕੁਝ ਮਿੱਟੀ ਵਿੱਚੋਂ ਹੀ ਪੈਦਾ ਹੋ ਰਿਹਾ ਹੈ। ਇੱਕ ਸੇਬ ਹੈ, ਸੰਤਰਾ, ਮੁੱਕਦੀ ਗੱਲ, ਜਿਹੜਾ ਵੀ ਫਰੂਟ ਸਾਡੇ ਤਨ ਤੱਕ ਪਹੁੰਚਦਾ ਹੈ, ਤੇ ਬੰਦਾ ਫਿਰ ਜੇ ਇੱਥੇ ਸ਼ੱਕ ਕਰੇ ਤਾਂ ਫਿਰ ਕਹਿਣਾ ਪਏਗਾ ਵੀ ਅਜੇ ਤੂੰ ਰੱਬ ਨੂੰ ਨਹੀਂ ਮੰਨਦਾ। ਅਸਲੀ ਫੁੱਲ ਵੀ ਬੜੇ, ਖਿਮਾ ਕਰਿਓ, ਨਕਲੀ ਫੁੱਲ ਬੜੇ ਤੁਹਾਨੂੰ ਵਿਖਾਈ ਦੇਣਗੇ, ਸੋਹਣੇ ਲੱਗਣਗੇ, ਪਰ ਉਹਦੇ ਵਿੱਚੋਂ ਕਦੀ ਸੁਗੰਧੀ ਨਹੀਂ ਆਉਂਦੀ। ਜਿਹੜੇ ਲੋਕ ਗੁਰੂ ਦੀ ਰੀਸ ਕਰਦੇ ਨੇ, ਪਖੰਡੀਆਂ ਦੀ ਗੱਲ ਕਰਦਾ, ਗੁਰਮੁਖਾਂ ਦੀ ਨਹੀਂ, ਵੇਖਣ ਨੂੰ ਤੁਹਾਨੂੰ ਸੋਹਣੇ ਲੱਗਣਗੇ, ਪਰ ਉਹਨਾਂ ਦੇ ਵਿੱਚੋਂ ਆਤਮਿਕ ਅਵਸਥਾ ਦੀ, ਗੁਰਮਤ ਦੀ ਖੁਸ਼ਬੂ ਉਹਨਾਂ ਵਿੱਚੋਂ ਨਹੀਂ ਆਉਣੀ, ਕਿਉਂਕਿ ਨਕਲੀ ਤੇ ਅਸਲ ਵਿੱਚ ਫਰਕ ਬਹੁਤ ਹੈ। ਹੁਣ ਜਦੋਂ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਪਾਤਸ਼ਾਹ ਤੁਸੀਂ ਚਾਹੋ ਤਾਂ ਬੜਾ ਕੁਝ ਹੋ ਸਕਦਾ ਏ, ਚਲੋ ਮੰਗਾਓ ਘੋੜਾ, ਇਹ ਕਾਰਜ ਦਾਸ ਕਰੂਗਾ ਤਾਂ ਜੇ ਤੁਹਾਡੀ ਕਿਰਪਾ ਹੋਵੇਗੀ, ਮੈਂ ਨਹੀਂ ਕੁਝ ਕਰ ਸਕਦਾ। ਹਮੇਸ਼ਾ ਅਰਜ਼ ਕਰਦੇ ਆ, ਜੇ ਕੋਈ ਸਾਨੂੰ ਇਹ ਸਵਾਲ ਕਰੇ ਵੀ ਗੁਰਦੁਆਰੇ ਕਾਹਦੇ ਲਈ ਜਾਈਦਾ, ਹੁਣ ਇਹ ਮੂੰਹ ਚੜੀ ਹੋਈ ਹੈ ਗੱਲ ਸਾਰਿਆਂ ਦੇ, ਮੇਰੇ ਵੀ, ਇਹ ਨਹੀਂ ਵੀ ਮੈਂ ਕਿਤੇ ਵੀ ਬਹੁਤਾ ਦਾਨਾ। ਕਿਸੇ ਨੂੰ ਪੁੱਛੀਏ ਕਿੱਥੇ ਚੱਲਿਆ, ਕਹਿੰਦਾ ਚਲੋ ਭੱਜ ਕੇ ਗੁਰਦੁਆਰੇ ਮੱਥਾ ਟੇਕ ਹੀ ਆਈਏ। ਕਿਤੇ ਐਦਾਂ ਆਖਿਆ ਵੀ ਭੱਜ ਕੇ ਵਿਆਹ ਜਾ ਆਈਏ, ਪਰ ਜਦੋਂ ਗੱਲ ਗੁਰੂ ਦੀ ਆਉਂਦੀ ਹੈ, ਪ੍ਰਚਲਿਤ ਹੋ ਗਈ, ਬੰਦਾ ਕਹਿੰਦਾ ਭੱਜ ਕੇ ਮੱਥਾ ਟੇਕ ਆਵਾਂ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਜੋ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ, ਪਰ ਮੈਂ ਨਹੀਂ ਕਰਨਾ, ਤੁਸੀਂ ਕਰਾਉਣਾ, ਮੰਗਾਓ ਘੋੜਾ। ਕਹਿੰਦੇ ਘੋੜਾ ਮੰਗਾ ਲਿਆ। ਕਲਗੀਧਰ ਦਸ਼ਮੇਸ਼ ਪਿਤਾ ਨੇ, ਸੰਗਤ ਬੜੀ ਹੈਰਾਨ ਹੈ, ਅਚੰਭੇ ਵਿੱਚ। ਸਤਿਗੁਰਾਂ ਨੇ ਜਦੋਂ ਉਸ ਘੋੜੇ ਦੇ ਉੱਪਰ ਪਾਈ, ਕਾਠੀ ਥੱਲੇ 2 ਰਕਾਬਾਂ ਲਮਕਦੀਆਂ ਹੁੰਦੀਆਂ, ਇੱਕ ਰਕਾਬ ਦੇ ਵਿੱਚ ਮੇਰੇ ਗੁਰੂ ਸਾਹਿਬ ਨੇ ਜਿਉਂ ਹੀ ਆਪਣਾ ਕਦਮ ਚਰਨ ਧਰਿਆ ਨਾ, ਤੇ ਜਦੋਂ ਅਜੇ ਕਾਠੀ ਤੱਕ ਪਹੁੰਚਣ ਲੱਗੇ, ਬੈਠਣੀ ਲੱਗੇ, ਤਾਂ ਉਹ ਸਿੱਖ ਕਹਿੰਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨਾ ਆਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਕਲਾਵੇਂ ਵਿੱਚ ਲਾ ਲਿਆ, ਬੜਾ ਪਿਆਰ ਕੀਤਾ, ਕਿਉਂਕਿ ਜੋ ਆਪਾਂ ਵੇਖਦੇ ਹਾਂ ਉਹ ਹੁੰਦਾ ਨਹੀਂ। ਹਮੇਸ਼ਾ ਬੇਨਤੀ ਕਰਦਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿੱਦਾਂ ਦਾ ਤੁਹਾਡੇ ਅੰਦਰ ਹਾਵ ਭਾਵ ਹੈ, ਤੁਹਾਡੇ ਖਿਆਲ ਨੇ ਨਾ, ਬੰਦਾ ਸਾਹਮਣੇ ਬੈਠਾ ਤੁਹਾਨੂੰ ਉਦਾਂ ਦਾ ਹੀ ਨਜ਼ਰ ਆਉਣਾ ਹੈ। ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਮੈਲ ਹੈ, ਈਰਖਾ ਹੈ, ਉਹਨੂੰ ਤੁਸੀਂ ਬਿਲਕੁਲ ਉਦਾਂ ਹੀ ਵੇਖੋਗੇ। ਇੱਕ ਬੰਦੇ ਨੂੰ ਕਿੰਨੇ ਲੋਕ ਵੇਖ ਰਹੇ ਨੇ, ਪਰ ਸਭ ਆਪੋ ਆਪਣੀ ਨਜ਼ਰ ਨਾਲ ਵੇਖ ਰਹੇ ਨੇ। ਕੋਈ ਇੱਕ ਜਿਹੜਾ ਕਿਸੇ ਦਾ ਮਿੱਤਰ, ਉਹ ਕਈਆਂ ਦਾ ਦੁਸ਼ਮਣ ਵੀ ਹੋ ਸਕਦਾ ਹੈ, ਜਿਹੜਾ ਕਈਆਂ ਦਾ ਦੁਸ਼ਮਣ ਹੈ ਉਹ ਕਈਆਂ ਦਾ ਮਿੱਤਰ ਵੀ ਹੋ ਸਕਦਾ ਹੈ। ਬਸ ਇੰਜ ਕਹਿ ਲਓ, ਜਦੋਂ ਨਜ਼ਰ ਬਦਲ ਜਾਂਦੀ ਹੈ ਸਭ ਕੁਝ ਬਦਲ ਜਾਂਦਾ ਹੈ। ਤੇ ਜਦੋਂ ਸਤਿਗੁਰਾਂ ਨੇ ਘੁੱਟ ਕੇ ਕਲਾਵੇਂ ਵਿੱਚ ਲਿਆ, ਤੇ ਜਿਹੜੇ ਸੰਗਤ ਵਿੱਚ ਬੈਠੇ ਨੇ ਕਹਿੰਦੇ ਪਾਤਸ਼ਾਹ ਇਹਨੇ ਕਿਹੜਾ ਪਾਠ ਸੁਣਾਇਆ, ਪਾਠ ਤਾਂ ਉੱਥੇ ਦਾ ਉੱਥੇ ਹੀ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖੋ ਇੱਕ ਓੰਕਾਰ ਸਤਿਗੁਰ ਪ੍ਰਸਾਦ,
ਕਹਿੰਦੇ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਹੈ, ਬਾਕੀ ਜਿੰਨੀ ਬਾਣੀ ਹੈ ਨਾ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਮ ਸਿਮਰਨ ਦੀ ਵਿਆਖਿਆ ਕਰਦੀ ਹੈ। ਸਾਰੀ ਬਾਣੀ ਵਿਆਖਿਆ ਕਰਦੀ ਹੈ। ਇਸੇ ਲਈ ਜਿਹੜਾ ਜਪਜੀ ਸਾਹਿਬ ਹੈ ਨਾ, ਜਪਜੀ ਸਾਹਿਬ ਇਹ ਰਾਗ ਰਹਿਤ ਬਾਣੀ ਹੈ ਤੇ ਇਹਦੇ ਵਿੱਚ ਰਹਾਉ ਵੀ ਕੋਈ ਨਹੀਂ। ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਕਿਉਂਕਿ ਵੇਖੋ ਪਹਿਲੀ ਬਾਣੀ ਦਾ ਪਹਿਲੇ ਪਾਤਸ਼ਾਹ ਨੇ ਨਾਮ ਹੀ ਜਪ ਰੱਖਿਆ। ਜਿੰਨੇ ਵੀ ਤੁਸੀਂ ਸ਼ਬਦ ਪੜੋਗੇ ਸਾਰਿਆਂ ਦੇ ਵਿੱਚੋਂ ਤੁਹਾਨੂੰ ਝਲਕ ਜਪਣ ਦੀ, ਨਾਮ ਜਪਣ ਦੀ, ਜ਼ਿੰਦਗੀ ਜਿਉਣ ਦਾ ਤਰੀਕਾ ਸਭ ਕੁਝ ਸਤਿਗੁਰੂ ਦੱਸਣਗੇ। ਪਾਤਸ਼ਾਹ ਕਹਿੰਦੇ ਏਕ ਓੰਕਾਰ ਸਤਿਗੁਰ ਪ੍ਰਸਾਦ, ਇਹੀ ਸਾਰਾ ਗੁਰੂ ਹੈ, ਬਾਕੀ ਸਾਰੀ ਇਸ ਦੀ ਵਿਆਖਿਆ ਹੈ ਤੇ ਸਾਰੀ ਬਾਣੀ ਇੱਕ ਓੰਕਾਰ ਦੇ ਆਲੇ ਦੁਆਲੇ ਹੀ ਪਰਿਕਰਮਾ ਕਰ ਰਹੀ ਹੈ ਸਾਰੀ ਬਾਣੀ। ਤੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ। ਕੱਲ ਅਰਜ਼ ਕੀਤੀ ਸੀ ਕਿ ਕਿਵੇਂ ਜਮਨਾ ਦੇ ਕਿਨਾਰੇ ਖਿਆਲ ਪਾਤਸ਼ਾਹੀ ਦਸਵੀਂ ਸ਼ਬਦ ਉਚਾਰਨ ਕੀਤੇ, ਸ਼ਬਦ ਹਜ਼ਾਰੇ। ਅਕਾਲ ਉਸਤਤ ਦੀ ਬਾਣੀ ਜਮਨਾ ਦੇ ਕਿਨਾਰੇ ਉਚਾਰਨ ਕੀਤੀ। ਕਦੀ ਸਿੱਖੋ ਤਵੱਜੋ ਦਿੱਤੀ ਅਸੀਂ ਇਸ ਗੱਲ ਵੱਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਉਂ ਨਹੀਂ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਜਾਂ ਫਿਰ ਤਵ ਪ੍ਰਸਾਦ ਹੈ। ਪਰ ਜਾਪ ਸਾਹਿਬ ਪੜ੍ਹ ਲਓ, ਹੋਰ ਬਾਣੀ ਪੜ੍ਹ ਲਓ, ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਉਂ ਨਹੀਂ? ਤੇ ਜਦੋਂ ਇਹਨੂੰ ਮਹਿਸੂਸ ਕੀਤਾ, ਜਦੋਂ ਬਾਣੀ ਪੜ੍ਹੋਗੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹੀ ਕਹਿੰਦੇ ਨੇ, ਸਿੱਖੋ ਸਾਡੀ ਸ਼ੁਰੂਆਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਹੈ ਤੇ ਸਾਡੀ ਸੰਪੂਰਨਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੈ। ਹੁਣ ਜਿਹੜੀ ਫਤਿਹ ਹੈ ਨਾ, ਜਿਹੜੀ ਇਹ ਫਤਿਹ ਕਿਸੇ ਵੀ ਮਨੁੱਖ ਦੀ ਨਹੀਂ ਹੈ। ਮੈਂ ਸਭ ਤੋਂ ਪਹਿਲਾਂ ਇੱਥੋਂ ਕਹਿ ਦਿਆਂ, ਨਾ ਤਾਂ ਇਹ ਫਤਿਹ ਕਿਸੇ ਸੰਪਰਦਾ ਦੀ, ਨਾ ਡੇਰੇਦਾਰ ਦੀ, ਨਾ ਕਿਸੇ ਮਸ਼ੀਨਰੀ ਕਾਲਜ ਵਾਲਿਆਂ ਦੀ, ਤੇ ਨਾ ਹੀ ਇਹ ਫਤਿਹ ਕਿਸੇ ਬਾਬੇ ਦੀ। ਇਹਦਾ ਸਿੱਧਾ ਹੀ ਲਿੰਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੈ। ਜਦੋਂ ਆਪਾਂ ਬੁਲਾਉਨੇ ਆ ਤਾਂ ਸ਼ੁਰੂ ਵੀ ਵਾਹਿਗੁਰੂ ਤੋਂ ਕਰਦੇ ਆ ਤੇ ਸਮਾਪਤੀ ਵੀ ਆ ਕੇ ਵਾਹਿਗੁਰੂ ਤੇ ਹੁੰਦੀ ਹੈ। ਤੋ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿੰਦੇ, ਸਿੱਖੋ ਪਹਿਲੇ ਜਾਮੇ ਵਿੱਚ ਅਸੀਂ ਸ਼ੁਰੂਆਤ, ਜੋਤ ਇੱਕੋ ਹੀ ਆ ਰਹੀ ਹੈ, ਜਾਮੇ 10 ਨੇ। ਪਹਿਲੇ ਜਾਮੇ ਵਿੱਚ ਸ਼ੁਰੂਆਤ ਕਰਦੇ ਨੇ ਇੱਕ ਓੰਕਾਰ ਤੋਂ, ਪਰ ਕਹਿੰਦੇ ਸਮਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ। ਹੁਣ ਤੇ ਫਤਿਹ ਪਿੱਛੇ ਮੈਨੂੰ ਇਉਂ ਨਹੀਂ ਲੱਗਦਾ ਵੀ ਹੰਕਾਰ ਝਲਕਣ ਲੱਗ ਪਿਆ। ਜਦੋਂ ਇੱਕ ਦੂਜੇ ਵੱਲ ਝਾਕਦੇ ਆ ਟੇਢੇ ਜਿਹੇ ਹੋ ਕੇ, ਪਹਿਲਾਂ ਇਹ ਫਤਿਹ ਬੁਲਾਵੇ ਮੈਨੂੰ। ਜੇ ਕਿਸੇ ਨੂੰ ਪਹਿਲਾਂ ਮੈਂ ਬੁਲਾ ਵੀ ਦਿਆਂ ਨਾ, ਖਿਮਾ ਕਰਿਓ ਸਾਰੇ ਨਹੀਂ, ਅੱਧੇ ਕੁ ਸੋਚਦੇ ਵੀ ਬਾਬਾ ਡਰਦਾ ਹੀ ਬੁਲਾਉਂਦਾ ਘੜੀ ਮੁੜੀ ਫਤਿਹ। ਕੌਣ ਦੱਸੇ ਵੀ ਫਤਿਹ ਤੈਨੂੰ ਨਹੀਂ ਬੁਲਾਈ। ਇਹ ਫਤਿਹ ਅਕਾਲ ਪੁਰਖ ਵਾਹਿਗੁਰੂ ਦੀ ਹੈ। ਖਾਸ ਕਰਕੇ ਇਸ ਮੁਲਕ ਵਿੱਚ ਤਾਂ ਸਭ ਕੋਈ ਆਪਣਾ ਕਮਾਉਂਦੇ ਨੇ, ਮਿਹਨਤ ਕਰਦੇ ਨੇ, ਇੱਥੇ ਕੋਈ ਕਿਸੇ ਦਾ ਕਿਸੇ ਨੇ ਕੁਝ ਨਹੀਂ ਦੇਣਾ। ਪਰ ਜੇ ਕੋਈ ਫਤਿਹ ਬੁਲਾਉਂਦਾ ਤੇ ਅੰਦਰ ਮਾਣ ਮਹਿਸੂਸ ਕਰੀਏ। ਫਤਿਹ ਦੇ ਪਿੱਛੇ ਇਹ ਨਾ ਦੇਖੀਏ ਵੀ ਇਹਨੇ ਕੁਝ ਲੈਣਾ ਤੇ ਮੈਂ ਇਹਨੂੰ ਕੁਝ ਦੇਣਾ। ਫਤਿਹ ਹੈ ਵਾਹਿਗੁਰੂ ਦੀ, ਕਲਗੀਧਰ ਦਸ਼ਮੇਸ਼ ਪਿਤਾ ਦੀ। ਕੋਈ ਵੀ ਐਸੀ ਕੌਮ ਨਹੀਂ ਜਿਹੜੀ ਆਪਣੇ ਅਕਾਲ ਪੁਰਖ ਵਾਹਿਗੁਰੂ ਦੀ ਫਤਿਹ ਮੰਨਦੀ ਹੋਵੇ। ਤੇ ਜਦੋਂ ਉਦਾਹਰਨ ਲੈ ਲਓ ਸਮਝਣ ਲਈ, ਜਦੋਂ ਰਾਮਚੰਦਰ ਜੀ ਤੇ ਇਧਰੋਂ ਰਾਵਣ ਦਾ ਯੁੱਧ ਹੁੰਦਾ ਨਾ, ਤਾਂ ਇਹ ਦੋਵੇਂ ਜਣੇ, ਰਾਵਣ ਕਹਿੰਦਾ ਮੇਰੀ ਜਿੱਤ ਮੇਰੀ ਫਤਿਹ ਹੋਵੇਗੀ, ਤੇ ਰਾਮਚੰਦਰ ਜੀ ਕਹਿੰਦੇ ਮੈਂ ਰਾਵਣ ਨੂੰ ਖਤਮ ਕਰ ਦਿਆਂਗਾ। ਉਹ ਕਹਿੰਦੇ ਮੇਰੀ ਜਿੱਤ ਹੋਵੇਗੀ, ਮੇਰੀ ਵਿਜੈ ਹੋਵੇਗੀ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ ਪੜ੍ਹਦੇ ਆ, ਪੌਂਟਾ ਭੰਗਾਣੀ ਦਾ ਯੁੱਧ, ਉਹ ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਕੇਰੀ ਦੇ ਅਰਥ ਹੁੰਦੇ ਨੇ ਦੀ। ਹੇ ਅਕਾਲ ਪੁਰਖ ਵਾਹਿਗੁਰੂ, ਜੇ ਜਿੱਤ ਹੋਈ ਵੀ ਹੈ, ਮੈਂ ਕੌਣ ਆ ਜੰਗ ਜਿੱਤਣ ਵਾਲਾ, ਜੇ ਤੁਹਾਡੀ ਵਿੱਚ ਕਿਰਪਾ ਨਾ ਵਰਤਦੀ। ਕਿਰਪਾ ਇਸ ਲਈ ਜਿਹੜੀ ਫਤਿਹ ਹੈ ਨਾ, ਅਸੀਂ ਵੀ ਕਈ ਦਫਾ ਇਦਾਂ ਹੀ ਸ਼ਾਰਟਕਟ ਜਾਂ ਕੰਮ, ਸ਼ਾਰਟਕਟ ਜਾਂ ਅਸੀਂ ਵੀ ਕਰ ਹੀ ਜਾਂਦੇ ਹਾਂ। ਹੁਣ ਤੇ ਸਤਿ ਸ੍ਰੀ ਅਕਾਲ ਪਤਾ ਕੀ ਬਣ ਗਈ, ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਲਓ ਸਾਰੇ ਇਦਾਂ ਹੀ ਕਰਦੇ ਨੇ, ਤੇ ਪੂਰੀ ਫਤਿਹ ਵੀ ਨਹੀਂ ਕੋਈ ਬੁਲਾਉਂਦਾ।
ਕਈ ਤਾਂ ਕਹਿਣਗੇ ਫਤਿਹ ਖਾਲਸਾ ਜਾਂ ਖਾਲਸਾ ਫਤਿਹ। ਵੀ ਕੀ ਗੱਲ, ਜਿਹੜੇ ਅਗਲੇ ਲਫ਼ਜ਼ ਨੇ ਕੋਈ ਕਾਲ ਪੈਂਦੀ ਹੈ? ਵੀ $5 ਕੱਟ ਲੈਂਦੇ ਨੇ ਬੈਂਕ ਵਾਲੇ ਵੀ ਜਦੋਂ ਪੂਰੀ ਬੋਲਦੇ ਆ। ਇਸ ਲਈ ਗੁਰੂ ਨੇ ਇਹ ਫਤਿਹ, ਜਦੋਂ ਅੰਮ੍ਰਿਤ ਅੱਜ ਜਿਨ੍ਹਾਂ ਨੇ ਛਕਿਆ ਉਹਨਾਂ ਸੱਜਣਾਂ ਨੂੰ ਪਤਾ ਹੋਵੇਗਾ 15 ਵਾਰੀ ਫਤਿਹ ਬੁਲਾਈ ਕਿ ਨਹੀਂ ਬੁਲਾਈ। 5 ਜਦੋਂ ਚੂਲੇ ਮੁੱਖ ਵਿੱਚ ਪਾਏ ਉਦੋਂ 5 ਵਾਰੀ। ਉਹ ਜਲਦੀ ਜਲਦੀ ਕਿਉਂ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ? ਉਹਦੇ ਪਿੱਛੇ ਬੜਾ ਵੱਡਾ ਰਾਜ ਹੈ ਕਿ ਜਦੋਂ ਤੂੰ ਗੁਰੂ ਦੀ ਦਾਤ ਲੈ ਰਿਹਾ ਹੈ ਉਦੋਂ ਤੇਰਾ ਕਿਸੇ ਵਿਸ਼ੇਸ਼ ਵਿਅਕਤੀ ਵੱਲ ਧਿਆਨ ਬਿਲਕੁਲ ਨਾ ਜਾਵੇ। ਤੇਰਾ ਲਿੰਕ ਅੱਜ ਅਕਾਲ ਪੁਰਖ ਨਾਲ ਜੁੜ ਰਿਹਾ ਹੈ। ਇੱਕ ਸੱਜਣ ਸੀ ਮਿੱਤਰ ਸਾਡਾ, ਉਹ ਕਹਿੰਦਾ ਜੀ ਮੈਂ ਅੰਮ੍ਰਿਤ ਛਕਿਆ, ਕਹਿੰਦੇ ਬਾਬੇ ਇੰਨੀ ਤੇਜ਼ ਫਤਿਹ ਬੁਲਾਉਣ ਮੇਰਾ ਤਾਂ ਸਾਹ ਹੀ ਚੜ੍ਹ ਗਿਆ। ਵੀ ਹੌਲੀ ਨਹੀਂ ਉਹ ਬੁਲਾ ਸਕਦੇ। ਉਹ ਮੈਨੂੰ ਵੀ ਉਦੋਂ ਨਹੀਂ ਸੀ ਪਤਾ, ਪਰ ਜਿਵੇਂ ਜਿਵੇਂ ਵਿਚਾਰਾਂ ਪੜ੍ਹਦੇ ਆ ਫਿਰ ਪਤਾ ਚੱਲਿਆ ਵੀ ਇਹਦੇ ਪਿੱਛੇ ਵੀ ਕੋਈ ਰਾਜ ਛੁਪਿਆ ਹੋਇਆ। ਇੱਕ ਇੱਕ ਗੱਲ ਦੇ ਪਿੱਛੇ ਤਰਕ ਕਰਨੀ ਜਿੰਨੀ ਮਰਜ਼ੀ ਕਰ ਲਓ। ਸ਼ਰਧਾ ਉਦੋਂ ਵੱਜਦੀ ਜਦੋਂ ਬੰਦਾ ਇੰਜ ਕਹ ਲਓ ਹਸਪੀਟਲ ਵਿੱਚ ਬੈੱਡ ਤੇ ਪਿਆ ਹੁੰਦਾ, ਉਦੋਂ ਸ਼ਰਧਾ ਵੱਜਦੀ, ਉਦੋਂ ਪਹਿਲਾਂ ਨਹੀਂ। ਤੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ ਜੀ ਇਹਦੇ ਵਿੱਚ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਬਾਕੀ ਸਾਰੀ ਬਾਣੀ ਵਿਆਖਿਆ ਕਰ ਰਹੀ ਹੈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਹਨਾਂ ਸਿੱਖਾਂ ਦੀ ਸ਼ੰਕਿਆ 1 ਸਕਿੰਟ ਵਿੱਚ ਦੂਰ ਕਰ ਦਿੱਤੀ। ਗੁਰੂ ਬੜਾ ਸਮਰੱਥ ਹੈ, ਬਖਸ਼ਿਸ਼ਾਂ ਦੇ ਮਾਲਕ ਨੇ। ਬੇਨਤੀ ਕਰ ਰਹੇ ਸਾਂ ਆਓ ਆਪਣੀ ਸੁਰਤ ਨੂੰ ਆਪਾਂ ਕੱਲ ਜਿੱਥੇ ਇਤਿਹਾਸ ਨੂੰ ਆਪਾਂ ਵਾਚਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਨ ਦਾ ਰਾਜਾ ਮੇਦਨੀ ਪ੍ਰਕਾਸ਼ ਲੈ ਜਾਂਦਾ ਆਪਣੇ ਇਲਾਕੇ ਜਮਨਾ ਦੇ ਕਿਨਾਰੇ। ਸਤਿਗੁਰਾਂ ਨੇ ਉੱਥੇ ਬਾਣੀ ਉਚਾਰਨ ਕੀਤੀ। ਦਰਅਸਲ ਜਿਹੜੇ ਬੁੱਤ ਪ੍ਰਸਤ ਰਾਜੇ ਸਨ ਨਾ 22 ਧਾਰ ਦੇ ਰਾਜੇ, ਉਹਨਾਂ ਨੂੰ ਖੁਦਾ ਪ੍ਰਸਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੰਗਾ ਨਹੀਂ ਸੀ ਲੱਗ ਰਿਹਾ। ਇੱਕ ਬੁੱਤ ਪ੍ਰਸਤ ਨੂੰ ਖੁਦਾ ਪ੍ਰਸਤ ਕਿੱਦਾਂ ਚੰਗਾ ਲੱਗੇਗਾ? ਇੱਕ ਸੱਚ ਦੇ ਮਾਰਗ ਤੇ ਚੱਲਣ ਵਾਲੇ ਨੂੰ, ਸੱਚ ਦੇ ਮਾਰਗ ਤੇ ਜਿਹੜਾ ਚੱਲਦਾ ਹੈ ਤੇ ਝੂਠਾ ਬੰਦਾ ਨੂੰ ਕਿੱਦਾਂ ਬਰਦਾਸ਼ਤ ਕਰੇਗਾ? ਪੰਜਾਬ ਤੋਂ ਆਪਾਂ ਆਏ ਹਾਂ, ਇੱਥੇ ਤਾਂ ਮੈਨੂੰ ਪਤਾ ਨਹੀਂ ਬਹੁਤਾ। ਤੁਸੀਂ ਵੇਖੋ ਜੇ ਕਿਸੇ ਸ਼ਹਿਰ ਦੇ ਵਿੱਚ ਕੋਈ ਚੰਗਾ ਆਫੀਸਰ ਆ ਜੇ, ਇਮਾਨਦਾਰ ਆ ਜੇ, ਸੱਚ ਬੋਲਣ ਵਾਲਾ, ਸਭ ਦੇ ਨਾਲ ਇੱਕੋ ਤਰੀਕੇ ਨਾਲ ਪੇਸ਼ ਆਵੇ, ਤੇ ਜਿਨ੍ਹਾਂ ਨੂੰ ਪਹਿਲਾਂ ਝੂਠ ਬੋਲ ਕੇ ਕੰਮ ਕਰਾਉਣ ਦੀ ਆਦਤ ਪਈ ਹੋਵੇ ਤੇ ਉਹ ਭਲਾ ਫਿਰ ਕੀ ਕਹਿੰਦੇ ਨੇ, ਆਹ ਜਿਹੜਾ ਹੁਣ ਆਫੀਸਰ ਆਇਆ ਨਾ ਕਿਸੇ ਵੀ ਕੰਮ ਦਾ ਨਹੀਂ, ਇਹ ਨਹੀਂ ਕਿਸੇ ਵੀ ਕੰਮ ਦਾ। ਕਿਉਂ? ਕਿਉਂਕਿ ਹੁਣ ਉਹ ਉਹਨਾਂ ਨਾਲ ਰਲਦਾ ਨਹੀਂ ਹੈ, ਇਸ ਲਈ ਉਹ ਹੁਣ ਕਿਸੇ ਕੰਮ ਦਾ ਨਹੀਂ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਖੁਦਾ ਪ੍ਰਸਤ ਨੇ, ਉਹ ਬੁੱਤ ਪ੍ਰਸਤ ਨੇ, ਤੇ ਜਿਹੜਾ ਨਾਨ ਦਾ ਰਾਜਾ ਉਹ ਗੁਰੂ ਕਲਗੀਧਰ ਪਾਤਸ਼ਾਹ ਦਾ ਸ਼ਰਧਾਲੂ ਹੈ। ਭੀਮ ਚੰਦ ਰਾਜਾ ਜਿਹੜਾ ਗੁਰੂ ਨਾਲ ਈਰਖਾ ਇਸੇ ਗੱਲ ਕਰਕੇ ਕਰਦਾ ਹੈ ਕਿ ਇਹ ਸਾਰੀਆਂ ਵਸਤੂਆਂ ਰਾਜੇ ਰਤਨ ਰਾਏ ਵਾਲੀਆਂ ਗੁਰੂ ਸਾਨੂੰ ਦਿੰਦਾ ਕਿਉਂ ਨਹੀਂ? ਪਾਤਸ਼ਾਹ ਨੇ ਚਿੱਠੀ ਲਿਖ ਕੇ ਭੇਜ ਦਿੱਤੀ ਸੀ। ਪੰਮੇ ਪ੍ਰੋ ਤੇ ਚਤਰਦਾਸ ਨੂੰ ਵੀ ਕਹਿ ਦਿੱਤਾ ਸੀ ਤੁਸੀਂ ਜੋ ਕਰਨਾ ਕਰ ਲਓ। ਇਹ ਵਸਤੂਆਂ ਰਾਜੇ ਰਤਨ ਰਾਏ ਦੀਆਂ ਭੇਟ ਕੀਤੀਆਂ ਨੇ, ਉਹਦੀ ਸ਼ਰਧਾ ਇਹ ਹੈ ਮੈਂ ਗੁਰੂ ਘਰ ਵਸਤੂ ਭੇਟ ਕੀਤੀ ਹੈ, ਸੰਗਤ ਵਿੱਚ ਵਰਤੇ, ਸੰਗਤ ਜੋ ਮਰਜ਼ੀ ਕਰੇ, ਤੇ ਸੰਗਤ ਦੀਆਂ ਵਸਤੂਆਂ ਦੇ ਉੱਪਰ ਕਿਸੇ ਉਸ ਸਮੇਂ ਦੇ ਰਾਜੇ ਦਾ ਕੋਈ ਵੀ ਹੱਕ ਨਹੀਂ ਹੈ। ਇੱਥੋਂ ਸਿੱਖਿਆ ਕੀ ਮਿਲਦੀ ਹੈ ਵੀ ਜਿਹੜੀ ਗੁਰੂ ਘਰ ਦੀ ਵਸਤੂ ਹੈ, ਗੁਰੂ ਘਰ ਦਾ ਪੈਸਾ ਗੋਲਕ ਦਾ, ਤੇ ਉਹਨੂੰ ਤੁਸੀਂ ਆਪਣੇ ਨਿੱਜੀ ਹਿੱਤਾਂ ਦੇ ਲਈ ਨਹੀਂ ਵਰਤ ਸਕਦੇ। ਆਉਣ ਵਾਲੇ ਸਮੇਂ ਲਈ ਵੀ ਇੱਕ ਸੰਕੇਤ ਸੀ। ਹੁਣ ਤੇ ਲੀਡਰਾਂ ਦੇ ਵੱਡੇ ਵੱਡੇ ਬੋਰਡ ਹੈ ਜਿਹੜੇ, ਉਹ ਵੀ ਗੋਲਕ ਦੇ ਪੈਸਿਆਂ ਨਾਲ ਹੀ ਲੱਗਦੇ ਨੇ। ਹਕੀਕਤ ਹੈ, ਮੰਨਦੇ ਹੋ ਇਸ ਗੱਲ ਨੂੰ ਤੁਸੀਂ? ਪਰ ਜੇ ਅੰਦਰੋਂ ਜੁੜੇ ਹੋਏ ਆ ਫੇਰ ਨਹੀਂ ਤੁਹਾਨੂੰ ਕੋਈ ਮਨਾ ਸਕਦਾ। ਕਿਤੇ ਮੇਰੇ ਗੁਰੂ ਨੇ ਇਹ ਐਵੇਂ ਨਹੀਂ ਸੀ ਆਖਿਆ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਪ੍ਰਸੰਗ ਲੰਬੇ। ਪਰ ਹੁਣ ਜਦੋਂ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਪਾਤਸ਼ਾਹ ਕਹਿੰਦੇ ਨਹੀਂ, ਜੇ ਤੂੰ ਲੈ ਕੇ ਜਾਣੇ ਤਾਂ ਅਸੀਂ ਵਾਪਸ ਮੰਗਾਂਗੇ, ਤੂੰ ਫਿਰ ਵੀ ਜੰਗ ਕਰੇਗਾ। ਜੇ ਨਹੀਂ ਦਿੰਦੇ ਤੂੰ ਫਿਰ ਵੀ ਜੰਗ ਕਰੇਗਾ। ਅਸੀਂ ਕਿਉਂ ਇੱਕ ਸਿੱਖ ਦੀਆਂ ਭੇਟਾਵਾਂ ਪਹਿਲਾਂ ਤੈਨੂੰ ਦੇ ਦਈਏ, ਪਹਿਲਾਂ ਆਪਣਾ ਈਮਾਨ ਗਵਾਈਏ, ਅਸੀਂ ਉਹਦੇ ਬੋਲੇ ਹੋਏ ਸੱਚ ਨੂੰ ਝੂਠ ਵਿੱਚ ਬਦਲੀਏ, ਤੇ ਕਿਉਂ ਨਾ
ऐदां होवे कि असीं ये वस्तुआं तैनूं दईए ही ना, तूं जिहड़ी तलवार खड़काउणी खड़का ला। ते इतिहास ये कहंदा है कि फिर जिहड़ा पीर बुद्धू शाह सी ना, ये मैं शायद कल अर्ज कीती सी, 500 पठान गुरु चरनां दे विच लैके आया सी, क्योंकि औरंगजेब दे कड्ढे सी, कोई नौकरी ते रखदा नहीं सी। औरंगजेब कहंदा सी भी जेड़ा भी रखेगा उन्हां नूं मैं मौत दे घाट उतार देंगा। 22 धार दे राजियां ने भी पनाह नहीं दित्ती। ते उस समय पीर बुद्धू शाह कहंदा आओ मैं तुहानूं गुरु कोल ले जा। ਉਹ गुरु ਜਿਹੜਾ ਕਿਸੇ ਦੀ परवाह नहीं करता, ਉਹਨੂੰ ਕਿਸੇ ਦੀ कोई परवाह नहीं। किते तुसीं आनंदपुर साहब जाओ, उन्हां किलियां दे उपर चढ़ के 4 छपेरे नज़र मार के वेखो कैसा उत्थे आत्मक आनंद वरतदा है। जे महसूस करांगे तां सानूं तां काली लगी हुंदी है भी नैना देवी जिउणे मोड़ दी समाध देखीए, असीं ते उधर नूं भजदे बहुते, ये हकीकत है। पर आनंदपुर साहब जाके जिहड़े आनंद लैंदे उन्हां नूं पता है। ते धन गुरु गोबिंद सिंह महाराज सच्चे पातशाह दे उस आनंदपुर साहब नूं उजाड़न लई भावें दिन रात एक कर दित्ती, पर मेरे बाजां वाले ने आख्या तुसीं बाहरला आनंदपुर ते भावें अपने हंकार करके तुसीं उजाड़ दिता जां ये समझ लिया भी गुरु नूं इत्थों असीं कढता, पर बाजां वाले कहंदे जिहड़ा साडे अंदर आनंदपुर है ना, ਉਹਨੂੰ ਤੁਸੀਂ ਦੱਸੋ ਕਿੱਦਾਂ ਕੱਢੋਗੇ। ਉਹ ਆਨੰਦਪੁਰ, ਉਹ ਆਨੰਦ ਤੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਾਰੇ ਪਰਿਵਾਰ ਨੂੰ ਸ਼ਹੀਦ ਕਰਾ ਕੇ ਕੁਰਬਾਨ ਕਰਕੇ ਵੀ, ਕੰਡਿਆਂ ਦੇ ਉੱਪਰ ਚੱਲ ਕੇ ਟਿੰਡ ਦਾ ਸਰਾਣਾ ਲਾ ਕੇ ਵੀ, ਜਾਮਾ ਲੀਰੋ ਲੀਰ ਹੈ ਉਹ ਚਰਨ ਮਖਮਲੀ ਸੇਜਾਂ ਦੇ ਉੱਪਰ ਪੈਣ ਵਾਲੇ ਚੱਲਣ ਵਾਲੇ ਫੁੱਲਾਂ ਦੀਆਂ ਸੇਜਾਂ ਦੇ ਉੱਪਰ ਦੀ ਕੰਡਿਆਂ ਦੇ ਉੱਪਰ ਵੀ ਲੰਘ ਗਏ। पर कलंगीधर पातशाह ने गिला नहीं किया, उत्थे आख्या मित्र प्यारे नूं हाल मुरीदां दा कहना। गुरुद्वारे आउंदे गड्डी खराब हो जे, थोड़ी जी सट वज जे जां उंजी माड़ी मोटी कोई घटना घट जे, बैठे ही रहिंदा घरे गुरुद्वारे की अंब लाए ने। ये हकीकत है साडी भाषा। उत्थे की करना सी जाके। धन गुरु गोबिंद सिंह महाराज सब कुछ कुर्बान करके गिला नहीं किया। ਇਹਦਾ मतलब कि जोत इको ही है। 5वें जामे विच जिहड़ी गल कह के आ गए ਉਹਨੂੰ 10वें जामे विच ਉਹੀ रूप दिता। 5वें जामे विच कहंदे उलानो मैं काहू ना दियो, उलानो कहंदे ने उलांबा, उलानो मैं काहू ना दियो मन मीठ तुहारो कियो। कल ही मैं इत्थे ਅਸੀਂ आपस ਵਿੱਚ विचार कर रहे सां भाई साहब नाल, अमरजीत सिंह नाल, कि मैं क्या भाई साहब शब्द पढ़ते सी, रागी सिंह कुत्ता राज बहालीए, ये शब्द पढ़ रहे सन, ते जे भला इसे शब्द की मैं कथा करदे आ जां गुरु साहब करा लैन, मेरे ख्याल च अद्धियां ने उठ के चल जाना है। असीं गुरबाणी नूं कीर्तन रूप दे विच तां सुनदे आ ते सुनना चाहिदा, झूमदे भी आ, पर जदों उस गुरबाणी की व्याख्या होंदी है ना, कथा होंदी है, फिर असीं टारगेट केवल प्रचारक नूं ही करदे आ। देखो जी ये की कह रहे ने, ਇਹਦਾ मतलब तुसीं प्रचारक नूं नहीं निशाना बना रहे, तुसीं गुरु की बाणी, गुरु के शब्द नूं नीवा कह रहे हो, गुरु के शब्द नूं। रागी सिंह जिहड़े कीर्तनीए ने, उन्हां दी ड्यूटी गुरु ने उन्होंने ये सेवा दी है कीर्तन करन दी, पर प्रचारक जिहड़ा हुंदा उस शब्द नूं व्याख्या दे रूप दे विच खोल के दसना, पर संगत दा काम हुंदा कीर्तन रूप दे विच भी असीं बाणी कबूली, कथा दे रूप दे विच भी प्रवान कर, गल तां बनेगी। बेनती कर लगे सां कि धन गुरु गोबिंद सिंह महाराज सच्चे पातशाह ते इधरों भीमचंद राजे ने पूरी तैयारी कर ली, पर इधर जिहड़े 500 पठान सी, जिन्हां दे विचों 100 पठान काले खां दी कमान दे हेठ वो कहंदे भीमचंद राजे नाल जाके नहीं रले, केवल हयात खां सी जिहड़ा, ते दूजा जिहड़ा नजात खां सी, ये जिहड़े कहंदे जाके उधर रल गए। क्यों? क्योंकि इन्हां नूं डर पै गया कि गुरु कोल फौज थोड़ी है, गुरु कोल फौज घट है, इस वास्ते उन्होंने तनख्वाह माया बहुती दे दी, वो उधर जाके छाला मार गई। ते पौंटा साहब की धरती ते
फिर 500 साधु रहिंदे सन उदासी। ये भी गल हरिंदर सिंह महबूब ने लिखी है, सहजे रचियो खालसा बुक विच कल अर्ज कीती सी। 500 जिहड़े उदासी साधु ने ना, उन्हां दे विचों जिहड़े 400 सन वो निकल गए बह बह के, कहंदे हुण जंग होवेगी, अपना काम तां कल्ला माला घकाउणा है, ये काम कहंदे साडा कोई नहीं। पर उन्हां दे विचों एक नितरिया कौन? महंत किरपाल दास। सतगुरु सच्चे पातशाह कहंदे भी तू नहीं गया, तू भी चल जा, नाल दे सारे चले गए। कहंदे पातशाह जिहड़े चले गए सो चले गए, ਉਹ चले गए जिन्हां नूं तुहाडे ते भरोसा नहीं। गुरु दा दर ਉਹੀ छड्ड के जांदे ने जिन्हां नूं गुरु ग्रंथ ਸਾਹਿਬ ते भरोसा नहीं, ਉਹੀ छड्ड के। दूजा नहीं, जिन्हों यकीन है ना, वो कहंदा कुछ भी हो जाए, खुशी होवे गमी होवे, आउणा मैं ऐसे गुरु कोल है। कबीर जेहदर आवत जाते हो, हटके ना ही कोए, सोदर कैसा छोड़ी है जोदर ऐसा होए। जिथे कोई आउंदा ही नहीं, जिथे कोई आउंदियां जांदियां रोकदा ही नहीं। किसी ऑफिस में जाना है, किते भी तुसीं जाना है, तो अगला पहला कहंदा बैल बजा के आओ, जां पहला तुसीं टाइम लो। पर इत्थे टाइम नहीं लैण दी लोड़ भी कदों आउणा है ते कदों नहीं आउणा, ते फिर बंदा उस दर नूं भी छड्ड के जावे, कहना पएगा बदकिस्मती है। धन गुरु गोबिंद सिंह महाराज पुछदे भी तू भी चला जांदा, कहंदा जी मैं नहीं जाना, क्योंकि तुहाडे तो बिना मेरा है कोई नहीं, मैं नहीं जाना। कहंदे दुवल्ली जंग हुण शुरू हो गई, ते महंत किरपाल दास भी घोड़े ते असवार होया। देखो आपां ना गुरु दे ककारां दी बड़ियां ने सनातन मत दे लोकां दे नाल असीं तुलना कर दित्ती। मान लो साडे प्यो दी तुलना कोई किसी दे नाल करे, तुसीं बर्दाश्त कर लोगे? बिल्कुल नहीं। उन्हां नूं उन्हां दा धर्म मुबारक है, प्यारा है। पर जदों असीं सिख धर्म दे प्रचारक हो के जदों ये गल एक कह रहा सी सज्जण, उहदी मैं कैसट सुन रहा सा, कहंदे ये जिहड़ा कशहरा ना, ये हनुमान ने कहंदे गुरु गोबिंद सिंह नूं दिता सी। सुन के बड़ी हैरानगी हुई भी हनुमान ने, वो तां अद्धी गिठ दी लंगोटी पाउंदा सी, सिंह दे कशहरे दे तां 15 लंगोट बन जाणगे। ते जदों आपां ये गल कहने आ भी ये कशहरा उधरों आया, ते असीं गुरु दे ककार दी किड्डी वड्डी तोहीन कर रहे हां। गुरु दे ककार दी, कक्का कड़ा पहलां भी अर्ज कीती सी, कड़ा भाव हमेशा सानूं रोकदा है, पर उपकार काम दे लई थल्ले हुंदा है। माड़े काम नूं आपां करदे हां ते फिर भी सानूं सुचेत करदा है। ये गुरु दियां निशानियां ने। ते जिस बच्चे नूं अपने माँ प्यो दियां दित्तियां चीज़ां नहीं ना चंगियां लगदियां, गल सिद्ध हो गई भी ये बच्चा माँ प्यो नूं प्यार नहीं करता है। तो कलंगीधर दशमेश पिता ने जदों पुछया भी तू नहीं जांदा, कहंदा सतगुरु मेरा कोई नहीं, भंगाणी दा युद्ध होया। महंत किरपाल दास ने हयात खां जिहड़ा दूजिਆਂ नूं लैके गया सी गुरु तो कि भी उधर चलते हैं, ਉਹਦੇ ਨਾਲ टाकरा हो गया। ਉਹਦੇ हथ ਵਿੱਚ कुतका सी बड़ा भारी। ਜਿਹੜੇ सज्जन पौंटा साहब गए उन्होंने पता होना, ਉਹ ਜਿਹੜਾ हथ ਵਿੱਚ कुतका फड़िया सी ना, ਜਿਹਨੂੰ ਸਲੋਤਰ भी कह ਦਿੰਦੇ ਆ, ਤੇ महंत किरपाल दास ने अगों हो के हयात खान ਦੇ सिर ਵਿੱਚ मारिया। ਇਹਦਾ ਜ਼ਿਕਰ ਤੁਸੀਂ पढ़ सकते हो गुरु गोबिंद सिंह महाराज जी की बाणी विचों। एक कोई मारिया ते ओदी मिज कढ़ दिती, मिज तो भाव ओदी खोपड़ी विच मारिया सी, जिहड़ा बड़ा हंकारी सी। ते इस इतिहास नूं चेते कर लई पौंटा साहब जायो, उस कुतके दे तुसीं दर्शन कर सकदे हो। धन गुरु गोबिंद सिंह महाराज सच्चे पातशाह बख्शिशां दे मालिक, दुवल्ली जंग हुंदी है ते इधरों जिहड़े 22 धार दे राजे उन्हां दी पेश नहीं गई। जंग भावें कोई बहुती वड्डी नहीं सी, पर इस छोटी जंग ने इस गल का 22 धार दे राजियां नूं एहसास करा दिता कि ये गुरु गोबिंद सिंह महाराज सच्चे पातशाह कोई माड़ी मोटी हस्ती नहीं। ये पहली जंग सी पौंटा भंगाणी दी। भंगाणी पिंड दे विच जंग होई, ते जिन्हों अज सत्कार वजों आपां भंगाणी साहब भी कहते हैं। बस फिर जिहड़े राजे सी ते जिहड़े आगू लोग सन अगे
काले खां तां गुरु वल सी, पर हयात ते नजात खां इन्हां दी मौत होई। फौजां पिछे नूं दौड़ गईयां ते हरीचंद राजे दे नाल भी सतगुरां दा टाकरा होया। पातशाह ने ओनू भी धरती दे विच गढ़ दिता, खत्म कर दिता। बड़े उन्हें वार करन दी कोशिश कीती, पर गुरु दे अगे ओदी पेश ना गई। धन गुरु गोबिंद सिंह महाराज ज्यों ही पौंटा भंगाणी दी जंग दी समाप्ति हुंदी है ना, ते इस भंगाणी दे युद्ध विच पीर बुद्धू शाह नूं पता लग्या। 700 मुरीद लैके, इतिहास कहंदा 4 पुत्र ते 2 भरा लैके, जे मैं नहीं भुलदा, वो पौंटा भंगाणी पहुंचिया सी ते अपने पुत्रां नूं भी शहीद करवाया, अपने भरावां नूं भी। ते जदों जंग दी समाप्ति होई तां मेरे बाजां वाले सतगुरु जी इतिहास कहंदे को उच्ची जगह ते बैठे, नाले केसां नूं कंघा करदे ने, ते अगों पीर बुद्धू शाह आउंदा ते पातशाह जी कहंदे पीर बुद्धू शाह तेरे नाल असीं दिलों बहुत हमदर्दी करदे हां, क्योंकि ये कोई माड़ी मोटी गल नहीं। गुरु दे वास्ते अपने पुत्रां नूं शहीद करा देना, गुरु दे हक दे विच अपने पुत्रां दी परवाह ना करनी। कलगीधर दशमेश पिता जदों पुछदे आ ना भी तैनूं मैं दिलों प्यार करदा, तेरी हमदर्दी, कि 500 पठान चले गए, हथ जोड़ के कहंदा सतगुरु ओही जिहड़ा दाग लग्या सी ना उन्हां दी अकिरत घणता दा, मैं जिम्मेवारी लई सी, बस अपने पुत्रां दी शहादत करवा के मेरे बाजां वालिया सतगुरा, बस वो किरत घणता दा दाग अज मैं धोण दी कोशिश कीती है, ते मैं तुहानूं की दे सकदा हां। धन गुरु गोबिंद सिंह महाराज कहंदे क्योंकि जिहदे नाल तुसीं अति स्नेह करदे हो, एक माँ है अपने बच्चे तो सब कुछ कुर्बान कर दिंदी है। सीधे शब्दां विच कह दईए अपना खून है जिहड़ा वो दुध दे राही अपनी औलाद नूं जवान कर दिंदी है। क्यों? अपने बच्चे नूं, दूजे नूं नहीं। इसे तरह जिहदे नाल मुहब्बत है, स्नेह है, ਉਹਦੇ ਲਈ अपना आप भी कुर्बान किया जा सकता है। पीर बुद्धू शाह कहता सतगुरु मैं तो कुछ नहीं किया, पर बाजां वाले मेरे सतगुरु सच्चे पातशाह कहते असीं तैनूं कुछ देना चाहुंदे हां। वेखो जिथे प्रेम होवे ना उत्थे बिरती हुंदी है कुछ देण दी, ते जिथे होवे ना मोह उत्थे हुंदा है स्वार्थ, उत्थे बिरती हुंदी है खोण दी। पर प्रेम दे विच सिर्फ ते सिर्फ देना हुंदा है, निशावर करना हुंदा है, बदले विच लैना कुछ नहीं हुंदा, बिल्कुल भी नहीं। इसे नूं कलगीधर पातशाह कहंदे साच कहूँ सुन लेहो सबे, क्योंकि भाई साहब ने मुकेरिया भाजी ने मैनू टाइम लिख के 7:35 तक दिता है, तो कई दफ़ा मन में ख्याल आ जाता है। आखो सतनाम श्री वाहिगुरू। कलगीधर दशमेश पिता कहंदे भी दसो तुहानू की चाहिए। कहंदा पातशाह कुछ नहीं चाहिए, गुरु चाहे पीर बुद्धू शाह दे पुत्रां नूं जिउंदा कर सकदा है। गुरु चाहे प्रभ भावे बिन सास ते रखे, सतगुर मेरा मार जवाले। अजे तां साडी कौम मैं कहना सी कित्थों तक डिग चुके आ कि जिहड़ा कारज गुरु गोबिंद सिंह महाराज जी ने खालसा साजन समय कनात तंबू ला दिता, ते असी तां तंबू पाड़ के अंदर तक जाण नूं तैयार हां कि भी उत्थे होया की सी। जे इस गल नूं मान लो असी सिद्ध भी कर दईए, जिवें बकरियां वाली गल भी जी बकरे झटकाए, ते जे मान लो इस गल नूं तुसीं सिद्ध भी करदे हो तां फिर दसो इहदे विच कौम नूं की प्राप्ति होवेगी, मिलूगा की इहदे विचों? कि कौम दी चढ़दी कला हो जू? इहदे विच तां तुसीं गुरु गोबिंद सिंह महाराज सच्चे पातशाह नूं बिल्कुल ही सिखो कैर सिद्ध कर दिओगे। पिता जिद्दां मर्जी होवे, पुत बार बार कहेगा मेरा बापू इदां दा हुंदा सी, भावें जिद्दां दा मर्जी होवे। पर साडा पिता गुरु गोबिंद सिंह महाराज सच्चे पातशाह जिहड़े सर्व कला समर्थ ने, जिन्हां दे तुसीं बोल पढ़दे हो कामल करामात काम करीम रजा बख्शो राज कुरिहा कुन रहीम, जिहड़े अकाल पुरख वाहिगुरू नूं ही जपदे ने। पर असीं ते कहने भी तंबू विच की होया, बकरे झटकाए। ते एक होर बेनती करा, कल आपां अर्ज करांगे 2 बकरे इकट्ठे कर लो, एक दे तूत दी छटी एक दे मारो ते दूजा म्यांकण लग पैंदा है। यह हकीकत है, कदे प्रैक्टिकल कर लियो।
ਤੇ ਜੇ ਆਪਾਂ ਕਹਿੰਦੇ ਆ ਬੱਕਰੇ ਝਟਕਾਏ, ਉਹਨਾਂ ਬੱਕਰਿਆਂ ਨੂੰ ਵੇਖ ਕੇ ਤੇ ਦੂਜੇ ਬੱਕਰਿਆਂ ਨੇ ਰੌਲਾ ਕਿਉਂ ਨਾ ਪਾਇਆ? ਇੱਕ ਸੁਰਜੀਤ ਪੰਥ ਦੀ ਨੀਂਹ ਰੱਖਣ ਗੁਰੂ, ਤੇ ਉਹ ਵੀ ਰੱਖਣ ਜਾਨਵਰਾਂ ਨੂੰ ਮਾਰ ਕੇ। ਉਹ ਗੁਰੂ ਇੰਨਾ ਮਹਾਨ ਕਿ ਤੁਹਾਡੇ ਨਾਲ ਵਾਅਦਾ ਕਰੇ ਨੰਗੀ ਸ਼ਮਸ਼ੀਰ ਲੈ ਕੇ ਕੇਸਗੜ੍ਹ ਦੀ ਉਸ ਪਹਾੜੀ ਤੇ, ਕੇਸਗੜ੍ਹ ਕਿਲਾ ਨਹੀਂ, ਇਹ ਧਿਆਨ ਚ ਰੱਖਿਓ, ਕੇਸਗੜ੍ਹ ਕਿਲਾ ਨਹੀਂ, ਕਿਲੇ 6 ਬਾਕੀ ਅਲੱਗ ਨੇ। ਤੇ ਸਤਿਗੁਰੂ 80,000 ਦੇ ਇਕੱਠ ਵਿੱਚ ਵਿਦਵਾਨਾਂ ਦੇ ਜੋ ਰਹਿ ਹੈ ਕਿ ਇੰਨੇ ਇਕੱਠ ਵਿੱਚ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿਣ ਮੈਨੂੰ ਇੱਕ ਸੀਸ ਦੀ ਲੋੜ ਹੈ, ਕੋਈ ਭੇਟ ਕਰੋ, ਤਾਂ ਉਹ ਗੁਰੂ ਫਿਰ ਉੱਥੇ ਜਾ ਕੇ ਬੱਕਰੇ ਝਟਕਾਵੇ। ਤੇ ਇਹਦਾ ਮਤਲਬ ਵੀ ਗੁਰੂ ਸਾਡੇ ਨਾਲ ਝੂਠ ਬੋਲ ਕੇ ਗਿਆ ਹੈ। ਇਸ ਲਈ ਸਿੱਖੋ, ਜੇ ਤੁਸੀਂ ਗੁਰੂ ਤੇ ਆਪਣੇ ਤੇ ਸ਼ੱਕ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ, ਫਿਰ ਤੁਹਾਡੀ ਤਸੱਲੀ ਕੋਈ ਪ੍ਰਚਾਰਕ ਨਹੀਂ ਕਰਾ ਸਕਦਾ। ਜੇ ਮਨੋਂ ਮੰਨ ਚੁੱਕੇ ਆ ਵੀ ਗੁਰੂ ਐਦਾਂ ਦਾ, ਗੁਰੂ ਐਦਾਂ ਦਾ। ਇਸ ਲਈ ਪਾਤਸ਼ਾਹ ਨੇ ਬਾਣੀ ਵਿੱਚ ਕਹਿ ਦਿੱਤਾ ਕਿ ਮਾਨੁਖ ਕਾ ਤੂੰ ਰੂਪ ਨਾ ਜਾਣ, ਉਹ ਤਾਂ ਪਰਮੇਸ਼ਰ ਦਾ ਰੂਪ ਸਨ ਆਪ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਬਸ ਪੌਂਟਾ ਭੰਗਾਣੀ ਦੀ ਜੰਗ ਦੀ ਸਮਾਪਤੀ ਹੁੰਦੀ ਹੈ, ਪੀਰ ਬੁੱਧੂ ਸ਼ਾਹ ਹੱਥ ਜੋੜ ਕੇ ਕਹਿੰਦਾ ਕੁਝ ਨਹੀਂ ਚਾਹੀਦਾ। ਫਿਰ ਮੰਗ ਪਤਾ ਕਿਹੜੀ ਮੰਗੀ? ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ, ਆ ਜਿਹੜਾ ਤੁਸੀਂ ਕੇਸਾਂ ਵਿੱਚ ਕੰਘਾ ਕਰ ਰਹੇ ਹੋ ਨਾ, ਬਸ ਮੈਨੂੰ ਤੁਸੀਂ ਆਹੀ ਬਖਸ਼ਿਸ਼ ਦੇ ਦਿਓ। ਕੇਸਾਂ ਦੇ ਸਮੇਤ ਉਹ ਕੰਘਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਦਿੱਤਾ। ਇੱਕ ਕਟਾਰ, ਇੱਕ ਦਸਤਾਰ ਦਿੱਤੀ, ਇਤਿਹਾਸ ਕਹਿੰਦਾ ਹੈ। ਤੇ ਜਦੋਂ ਵਾਪਸ ਆਇਆ ਤੇ ਜਿਹੜੀ ਘਰ ਵਾਲੀ ਸੀ ਨਾ ਨਸ਼ੀਰਾਂ, ਲਿਖਿਆ ਵਿਦਵਾਨਾਂ ਨੇ, ਕਹਿੰਦੀ ਗੁਰੂ ਵਾਸਤੇ ਪੁੱਤਰ ਸ਼ਹੀਦ ਕਰਾ ਕੇ ਆਏ ਹੈ, ਤੇ ਗੁਰੂ ਨੇ ਦਿੱਤਾ ਕੀ? ਕਿਉਂਕਿ ਮਨ ਵਿੱਚ ਆ ਹੀ ਜਾਂਦਾ ਕਈ ਦਫਾ ਮੋਹ ਹੁੰਦਾ ਬੀਬੀਆਂ ਦਾ, ਧੀਆਂ ਦਾ, ਬੱਚਿਆਂ ਨਾਲ। ਜਿੰਨੀ ਮਮਤਾ ਮੋਹ ਪਿਆਰ ਦੀ ਮੂਰਤ ਬੀਬੀਆਂ ਹੁੰਦੀਆਂ ਨਾ, ਉਹਨਾਂ ਸਾਡੇ ਵਿੱਚ ਨਹੀਂ ਹੁੰਦਾ। ਜਿੰਨੀ ਸ਼ਰਧਾ ਭਾਵਨਾ ਬੀਬੀਆਂ ਦੀ ਇਤਿਹਾਸ ਤੇ, ਗੁਰਬਾਣੀ ਤੇ, ਗੁਰੂ ਗ੍ਰੰਥ ਸਾਹਿਬ ਤੇ ਹੋਏਗੀ, ਓਨੀ ਸਾਡੇ ਵਿੱਚ ਕਦਾਚਿਤ ਨਹੀਂ ਹੋਣੀ। ਮੈਂ ਤਾਂ ਨਹੀਂ ਦੇਖਿਆ ਅੱਜ ਤੱਕ ਕਿਸੇ ਬੀਬੀ ਤੋਂ ਇਹ ਸੁਣਿਆ ਗੁਰਬਾਣੀ ਬਾਰੇ ਜਾਂ ਇਤਿਹਾਸ ਬਾਰੇ। ਜੇ ਕਿਸੇ ਨੇ ਸੁਣਿਆ ਹੋਵੇ ਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ। ਪਰ ਹੱਥ ਜੋੜ ਕੇ ਜਦੋਂ ਪੁੱਛਦੀ ਹੈ, ਮੇਰੇ ਸਿਰ ਦੇ ਆ ਸਾਈਆਂ, ਪੁੱਤਰਾਂ ਤੇ ਭਰਾਵਾਂ ਨੂੰ ਸ਼ਹੀਦ ਕਰਾ ਕੇ ਆ ਗਏ ਹੈ, ਗੁਰੂ ਨੇ ਦਿੱਤਾ ਕੀ? ਕੋਈ ਇਨਾਮ ਦਿੱਤਾ? ਕਹਿੰਦੇ ਕੱਢ ਕੇ ਉਹ ਵਸਤੂਆਂ ਗੁਰੂ ਦੀਆਂ ਬਖਸ਼ਿਸ਼ਾਂ। ਕਹਿਣ ਲੱਗਾ ਜੋ ਗੁਰੂ ਨੇ ਦਿੱਤਾ ਹੈ ਨਾ, ਉਹ ਤਾਂ ਮੈਂ ਦੇ ਹੀ ਨਹੀਂ ਦੇ ਸਕਦਾ ਕਦੀ ਵੀ। ਤੇ ਹਕੀਕਤ ਹੈ ਦੁਨਿਆਵੀ ਵਸਤੂ ਦਿੰਦੇ ਤੇ ਖਤਮ ਹੋ ਜਾਂਦੀ, ਪਰ ਗੁਰੂ ਨੇ ਆਪਣੇ ਤਨ ਦੇ ਕੋਲੋਂ ਉਹ ਵਸਤੂਆਂ ਲਾਹ ਕੇ ਦਿੱਤੀਆਂ। ਜਿਹੜੀ ਕੌਮ ਨੇ, ਜਿਹੜੇ ਪੰਥ ਨੇ, ਉਹ ਬਖਸ਼ਿਸ਼ ਇਹਨਾਂ ਵਸਤੂਆਂ ਕਰਕੇ ਪੀਰ ਬੁੱਧੂ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਨਾਤਾ, ਉਹ ਰਿਸ਼ਤਾ, ਉਹ ਇਤਿਹਾਸ ਸਦੀਆਂ ਤੱਕ ਜੁੜਿਆ ਰਹੇਗਾ ਕਿ ਇਹ ਬਖਸ਼ਿਸ਼ ਨਹੀਂ ਤੇ ਹੋਰ ਕੀ ਹੈ। ਪਾਤਸ਼ਾਹ ਜੀ ਕਿਰਪਾ ਕਰਨ। ਇੰਨੀ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਇੱਕ ਪੰਕਤੀ ਪੜ੍ਹ ਕੇ ਮੈਂ ਫਤਿਹ ਦੀ ਸਾਂਝ ਕਰਾਂ। ਪਾਤਸ਼ਾਹ ਕਹਿੰਦੇ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਇਹ ਚੰਚਲ ਮਨ ਬਹੁਤੀਆਂ ਚਲਾਕੀਆਂ ਨਾ ਕਰਿਆ ਕਰ। ਦੁਨੀਆ ਵਿੱਚ ਵੀ ਕਰਦਾ ਹੈ, ਸੰਸਾਰ ਵਿੱਚ ਕਰਦਾ ਹੈ, ਆਪਣੇ ਸਵਾਰਥ ਲਈ ਕਰਦਾ ਹੈ, ਪਰ ਗੁਰੂ ਨਾਲ ਵੀ ਕਰਦਾ ਪਿਆ ਹੈ। ਜੇ ਗੁਰੂ ਨਾਲ ਕਰੇਗਾ ਨਾ ਤਾਂ ਸਤਿਗੁਰੂ ਕਹਿੰਦੇ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਉਹ ਮਨਾ ਸੁਣ ਲਾ, ਚਤਰਾਈਆਂ ਨਾਲ ਧਨ ਇਕੱਠਾ ਕਰ ਲੇਗਾ, ਚਤਰਾਈਆਂ ਨਾਲ ਧਰਮ ਨਹੀਂ ਤੂੰ ਕਮਾ ਸਕਦਾ। ਧਰਮੀ ਦਿਸ ਪੈਣਾ ਹੋਰ ਗੱਲ ਹੈ, ਧਰਮੀ ਬਣਨ ਦੇ ਵਾਸਤੇ ਘਾਲਣੀ ਪੈਂਦੀ ਹੈ। ਤੇ ਪਾਤਸ਼ਾਹ ਕਹਿੰਦੇ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਦੁਨੀਆ ਦੇ ਪਦਾਰਥ ਨੇ ਮਨੁੱਖ ਨੂੰ ਇੰਨਾ ਕੁ ਭਰਮ ਵਿੱਚ ਪਾ ਦਿੱਤਾ, ਕਹਿੰਦੇ ਇਹ ਪਰਮਾਤਮਾ ਨੂੰ ਭੁੱਲ ਗਿਆ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕਹਿੰਦੇ ਇਹ ਜਿਹੜੀ ਠਗੌਲੀ ਦੇ ਅਰਥ ਨੇ, ਠਗੌਰੀ ਠੱਗ ਬੂਟੀ, ਜਿਵੇਂ ਠੱਗ ਬੂਟੀ ਸੰਘਾ ਕੇ ਬੰਦੇ ਨੂੰ ਬੇਹੋਸ਼ ਕਰਕੇ ਸਭ ਕੁਝ ਲੁੱਟ ਲੈਂਦੇ ਨੇ। ਪਾਤਸ਼ਾਹ ਕਹਿੰਦੇ ਆ ਦੁਨੀਆ ਦੇ ਪਦਾਰਥ ਨੇ ਬੰਦਿਆ ਤੇਰੇ ਅੰਦਰੋਂ ਆਤਮਿਕ ਖਜ਼ਾਨਾ ਲੁੱਟ ਲਿਆ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ,
ਜੇ ਵੇਖੋ ਇਨਸਾਨ ਦੇ ਵਿੱਚ ਮੋਹ ਨਾ ਹੁੰਦਾ, ਮੋਹ, ਇਹ ਮੋਹ ਪੰਛੀਆਂ ਵਿੱਚ ਹੈ, ਤੇ ਮੋਹ ਕਰਕੇ ਹੀ ਪੰਛੀ ਆਪਣੇ ਨਿੱਕੇ ਨਿੱਕੇ ਬੋਟਾਂ ਨੂੰ, ਆਪਣੇ ਬੱਚਿਆਂ ਨੂੰ ਕਿੱਦਾਂ ਮੂੰਹ ਵਿੱਚ ਚੋਗਾ ਪਾਉਂਦੇ, ਕਿਤੇ ਵੇਖੋ ਤੁਸੀਂ ਕਿੰਨਾ ਪਿਆਰ ਕਰਦੇ। ਇਹ ਮੋਹ ਜੇ ਪੰਛੀਆਂ ਵਿੱਚ ਤੇ ਇਨਸਾਨ ਵਿੱਚ ਨਾ ਹੋਵੇ ਤਾਂ ਇਨਸਾਨ ਦਰਿੰਦਗੀ ਦੇ ਉੱਪਰ ਉਤਰ ਆਵੇ। ਗੁਰੂ ਅਮਰਦਾਸ ਜੀ ਕਹਿੰਦੇ ਮੈਂ ਕੁਰਬਾਨ ਜਾਨਾ ਮੇਰੇ ਗੁਰੂ ਤੋਂ, ਜਿਨੇ ਕਹਿੰਦੇ ਇਸ ਮੋਹ ਦੇ ਵਿੱਚ ਕਿੰਨੀ ਮਿਠਾਸ ਪਾ ਦਿੱਤੀ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ। ਜਿੱਥੋਂ ਗੱਲ ਸ਼ੁਰੂ ਕੀਤੀ ਉੱਥੇ ਹੀ ਸਮਾਪਤੀ ਕਰਦੇ ਨੇ। ਕਹਿੰਦੇ ਕਹੇ ਨਾਨਕ ਮਨ ਚੰਚਲ, ਚਤਰਾਈ ਕਿਨੇ ਨਾ ਪਾਇਆ। ਜੇ ਰੱਬ ਦੇ ਮਾਰਗ ਤੇ ਤੁਰਿਓ ਤਾਂ ਫਿਰ ਚਤਰਾਈਆਂ ਛੱਡ ਦੇ। ਰੱਬ ਦੇ ਮਾਰਗ ਤੇ ਤਾਂ ਤੈਨੂੰ ਜਦੋਂ ਵੀ ਕੁਝ ਮਿਲੇਗਾ ਉਦੋਂ ਬਸ ਨਿਮਰਤਾ ਸ਼ਰਧਾ ਭਾਵਨਾ ਦੇ ਨਾਲ, ਪਰ ਸ਼ਰਧਾ ਹੈ ਜਿਹੜੀ ਤੇਰੀ ਸ਼ਰਧਾ ਵਿੱਚੋਂ ਪਖੰਡ ਨਾ ਝਲਕੇ, ਤੇਰੀ ਸ਼ਰਧਾ ਦੇ ਵਿੱਚੋਂ ਧਰਮ ਝਲਕੇ। ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਮਿਹਰ ਕਰਨ। ਬਚਨ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ, ਔਗਣ ਨਾ ਚਿਤਾਰਨੀ। ਬਖਸ਼ੋ ਅਸੀਸ ਬੁਲਾਓ ਗੱਜ ਵੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀਆਂ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਉਹਨਾਂ ਦੇ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕਥਾ ਦੇ ਨਾਲ ਨਿਹਾਲ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਟੇਜ ਤੇ ਆ ਜਾਣ। ਉਹ ਆਪ ਜੀ ਨੂੰ 9 ਵਜੇ ਤੱਕ ਕੀਰਤਨ ਦੇ ਨਾਲ ਨਿਹਾਲ ਕਰਨਗੇ। ਜਦ ਤੱਕ ਉਹ ਸਟੇਜ ਤੇ ਆਉਂਦੇ ਆ, ਇੱਕ ਦੋ ਬੇਨਤੀਆਂ। ਕੱਲ੍ਹ ਨੂੰ ਆਸਾ ਦੀ ਵਾਰ 7 ਵਜੇ ਇੱਥੇ ਇਸੇ ਹਾਲ ਵਿੱਚ ਭਾਈ ਸਾਹਿਬ ਲਖਵਿੰਦਰ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜਥਾ ਆਪ ਜੀ ਨੂੰ ਸਰਵਣ ਕਰਵਾਉਣਗੇ 7 ਤੋਂ 8:30 ਵਜੇ ਤੱਕ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਹੁਣ ਆ ਕੇ ਪਹੁੰਚਣਾ ਜੀ।